ਸਤਿ ਸ਼੍ਰੀ ਅਕਾਲ ਸਟੂਡੈਂਟਸ। ਅੱਜ ਦਾ ਜਿਹੜਾ ਆਪਣਾ ਸਬਜੈਕਟ ਜਿਹੜਾ ਆਪਾਂ ਸਟੱਡੀ ਕਰਨਾ ਉਹਦਾ ਨਾਮ ਆ ਇਲੈਕਟ੍ਰੀਕਲ ਮੇਜਰਿੰਗ ਇੰਸਟਰੂਮੈਂਟਸ ਐਂਡ ਇੰਸਟਰੂਮੈਂਟੇਸ਼ਨ। ਸੋ ਜਿੱਦਾਂ ਸਬਜੈਕਟ ਦਾ ਨਾਮ ਹੀ ਆ, ਸੋ ਇਹ ਜਿਹੜਾ ਆਪਣਾ ਸਬਜੈਕਟ ਆ ਤੁਹਾਡਾ ਡਿਪਲੋਮਾ ਇਲੈਕਟ੍ਰੀਕਲ ਦਾ 4th ਸਮੈਸਟਰ ਦੇ ਵਿੱਚ, ਇਹ ਨਾਮ ਤੋਂ ਪਤਾ ਲੱਗਦਾ ਵੀ ਇਹਦੇ ਵਿੱਚ ਆਪਾਂ ਜਿਹੜਾ ਆ ਸਾਰੇ ਇੰਸਟਰੂਮੈਂਟਸ ਜਿਹੜੇ ਆ ਸਟੱਡੀ ਕਰਨੇ ਆ। ਕਿਹੜੇ ਇੰਸਟਰੂਮੈਂਟ? ਜਿਹੜੇ ਅਲੱਗ-ਅਲੱਗ ਇਲੈਕਟ੍ਰੀਕਲ ਕੁਆਂਟੀਟੀਜ਼ ਨੂੰ ਮੇਅਰ ਕਰਨ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ, ਲਾਈਕ ਵੋਲਟੇਜ ਹੋ ਗਿਆ ਜਾਂ ਕਰੰਟ ਹੋ ਗਿਆ ਜਾਂ ਪਾਵਰ ਹੋ ਗਈ ਜਾਂ ਪਾਵਰ ਫੈਕਟਰ ਹੋ ਗਿਆ। ਇਹ ਇੰਸਟਰੂਮੈਂਟ ਜਿਹੜੇ ਹੁੰਦੇ ਕਿੰਨੇ ਟਾਈਪਸ ਦੇ ਹੁੰਦੇ ਆ, ਕਿਹੜੇ ਕਿਹੜੇ ਤਰ੍ਹਾਂ ਦੇ ਹੁੰਦੇ, ਸਾਰੀਆਂ ਜਿਹੜੀਆਂ ਚੀਜ਼ਾਂ ਇਹ ਆਪਾਂ ਸਟੱਡੀ ਕਰਨੀਆਂ। ਸੋ ਇਹਦੇ ਰਿਗਾਰਡਿੰਗ ਜਿਹੜਾ ਫਸਟ ਚੈਪਟਰ ਇੰਟਰੋਡਕਸ਼ਨ ਦਾ, ਜਿਹਦੇ ਵਿੱਚ ਆਪਾਂ ਸਾਰੀ ਇੰਟਰੋ ਜਿਹੜੀ ਆ ਪੜ੍ਹਨੀ ਆ ਵੀ ਜਿਹੜੇ ਇਹ ਮਟੀਰੀਅਲਸ ਹੁੰਦੇ ਇਹਨਾਂ ਦਾ ਬੇਸਿਕ ਪ੍ਰਿੰਸੀਪਲ ਕੀ ਹੁੰਦਾ, ਜਿਹੜੇ ਇਹ ਇੰਸਟਰੂਮੈਂਟਸ ਹੁੰਦੇ ਆ ਇਹਨਾਂ ਦੇ ਬੇਸਿਕ ਪ੍ਰਿੰਸੀਪਲ ਕੀ ਹੁੰਦਾ, ਕਿਸ ਪ੍ਰਿੰਸੀਪਲ ਦੇ ਉੱਪਰ ਜਿਹੜਾ ਇਹ ਕੰਮ ਕਰਦੇ ਆ। ਸੋ ਸਟਾਰਟ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਜਿਹੜਾ ਮੇਅਰਮੈਂਟ ਹੈ ਇਹਦਾ ਆਪਾਂ ਨੂੰ ਕੰਸੈਪਟ ਪਤਾ ਹੋਣਾ ਚਾਹੀਦਾ ਕਿ ਮੇਅਰਮੈਂਟ ਦਾ ਕੰਸੈਪਟ ਕੀ ਆ। ਸੋ ਜਿਵੇਂ ਲਿਖਿਆ, ਟੂ ਮੇਅਰ ਅ ਮੈਗਨੀਟਿਊਡ ਆਫ ਕੁਆਂਟਿਟੀ, ਅ ਫਿਕਸਡ ਕੁਆਂਟਿਟੀ ਆਫ ਦੈਟ ਕਾਈਂਡ ਇਜ਼ ਟੇਕਨ ਐਜ਼ ਦਾ ਬੇਸਿਸ ਐਂਡ ਦਾ ਹੋਲ ਕੁਆਂਟਿਟੀ ਇਜ਼ ਕੰਪੇਅਰਡ ਵਿਦ ਇਟ। ਸੋ ਇਹਦਾ ਕੀ ਮਤਲਬ ਆ, ਲਾਈਕ ਤੁਸੀਂ ਦੇਖਿਆ ਹੋਣਾ ਕਈ ਵਾਰ ਜਦੋਂ ਵੀ ਤੁਸੀਂ ਜਿੱਦਾਂ ਸਬਜ਼ੀ ਲੈਣ ਜਾਂਦੇ ਆ ਜਾਂ ਕੋਈ ਹੋਰ ਤੁਸੀਂ ਲੈਣ ਜਾਂਦੇ ਆ, ਕੋਈ ਵੀ ਚੀਜ਼ ਲੈਣ ਜਾਂਦੇ ਆ, ਜੇ ਕਿਸੇ ਕਰਿਆਨਾ ਸਟੋਰ 'ਤੇ ਵੀ ਜਾਂਦੇ ਆ ਤਾਂ ਤੁਸੀਂ ਦੇਖਿਆ ਉਹਨਾਂ ਦੇ ਤੱਕੜੀ ਯੂਜ਼ ਕਰਦੇ ਆ। ਸੋ ਤੱਕੜੀ ਦੇ ਵਿੱਚ ਉਹ ਕੀ ਕਰਦੇ ਆ, ਜਿਹੜੀ ਵੀ ਕੁਆਂਟਿਟੀ ਨੂੰ ਮੇਅਰ ਕਰਨਾ ਹੁੰਦਾ ਉਹਨੂੰ ਇੱਕ ਸਾਈਡ ਦੇ ਉੱਪਰ ਰੱਖ ਦਿੰਦੇ ਆ, ਠੀਕ ਆ। ਅਤੇ ਦੂਸਰੀ ਸਾਈਡ 'ਤੇ ਉਹ ਕੀ ਕਰਦੇ ਆ, ਵੇਟ ਰੱਖਦੇ ਆ। ਜਿੱਦਾਂ ਇਹ 500 ਗ੍ਰਾਮ ਦਾ ਵੇਟ ਹੋ ਗਿਆ, 1 ਕਿਲੋ ਦਾ, 5 ਕਿਲੋ ਦਾ ਵੇਟ ਜਿਹੜਾ ਹੁੰਦਾ ਵੇਟ ਰੱਖਦੇ। ਸੋ ਉੱਥੇ ਉਹ ਕੀ ਕਰ ਰਹੇ ਆ, ਐਕਚੁਅਲ ਦੇ ਵਿੱਚ ਉਹ ਕੀ ਕਰ ਰਹੇ ਆ, ਇੱਕ ਫਿਕਸਡ ਕੁਆਂਟਿਟੀ ਆ, ਠੀਕ ਹੈ, ਇੱਕ ਫਿਕਸਡ ਕੁਆਂਟਿਟੀ ਹੈ ਜਿਹੜੇ ਜਿਹਦਾ ਆਪਾਂ ਨੂੰ ਪਤਾ ਆ ਕਿ ਹਾਂ ਇਹ ਜਿਹੜੀ ਚੀਜ਼ ਹੈ 1 ਕਿਲੋ ਦੀ ਆ ਜਾਂ 5 ਕਿਲੋ ਦੀ ਜਾਂ 10 ਕਿਲੋ ਦੀ ਆ। ਫਿਕਸਡ ਕੁਆਂਟਿਟੀ ਜਿਹੜੀ ਹੁੰਦੀ ਆ ਉਹ ਰੱਖਦੇ ਆ ਇੱਕ ਸਾਈਡ 'ਤੇ, ਅਤੇ ਦੂਸਰੀ ਸਾਈਡ 'ਤੇ ਆਪਾਂ ਕੀ ਕਰਦੇ ਹਾਂ, ਜਿਹੜੀ ਚੀਜ਼ ਨੂੰ ਮੇਅਰ ਕਰਨਾ ਹੁੰਦਾ ਉਹ ਵਾਲੀ ਚੀਜ਼ ਰੱਖਦੇ ਹਾਂ, ਠੀਕ ਆ। ਸੋ ਆਪਾਂ ਕੀ ਕਰਦੇ ਹਾਂ, ਫਿਕਸਡ ਕੁਆਂਟਿਟੀ ਨਾਲ ਮੇਅਰ ਕਰਕੇ ਆਪਾਂ ਕੀ ਕਰਦੇ ਹਾਂ, ਜਿਹੜੀ ਦੂਸਰੀ ਅਨਨੋਨ ਜਿਹੜੀ ਆਪਣੇ ਕੋਲ ਮੇਅਰਮੈਂਟ ਹੁੰਦੀ ਉਹਨੂੰ ਆਪਾਂ ਮੇਅਰ ਕਰ ਲੈਂਦੇ ਹਾਂ, ਠੀਕ ਆ। ਲਾਈਕ ਤੁਸੀਂ ਸ਼ੂਗਰ ਲੈਣ ਜਾਂਦੇ ਆ ਤਾਂ ਜਦੋਂ ਤੱਕੜੀ ਦੇ ਉੱਪਰ ਆਪਾਂ ਕਰਦੇ ਹਾਂ ਤਾਂ ਇੱਕ ਸਾਈਡ 'ਤੇ ਆਪਾਂ ਕੀ ਕਰਦੇ ਹਾਂ, 2 kg ਦਾ ਜਾਂ 3 kg ਦਾ ਵੇਟ ਰੱਖਦੇ, ਦੂਸਰੇ ਪਾਸੇ ਆਪਾਂ ਸ਼ੂਗਰ ਰੱਖਦੇ ਹਾਂ, ਠੀਕ ਆ। ਸੋ ਜਦੋਂ ਵੀ ਉਹ ਵੇਟ ਦੋਨਾਂ ਦਾ ਬਰਾਬਰ ਹੋ ਜਾਂਦਾ ਆ ਤਾਂ ਆਪਾਂ ਕਹਿ ਦਿੰਦੇ ਕਿ ਹਾਂ ਜਿਹੜੀ ਸ਼ੂਗਰ ਹੈ 2 ਕਿਲੋ ਜਾਂ 3 ਕਿਲੋ ਸ਼ੂਗਰ ਜਿਹੜੀ ਹੈ ਆਪਣੇ ਕੋਲ ਮੇਅਰ ਹੋ ਚੁੱਕੀ ਹੈ, ਠੀਕ ਹੈ। ਸੋ ਇਹ ਬੇਸਿਕ ਜਿਹੜਾ ਹੁੰਦਾ ਕੰਸੈਪਟ ਹੁੰਦਾ ਮੇਅਰਮੈਂਟ ਦਾ ਜਿਹੜਾ ਹੁੰਦਾ। ਸੋ ਬੇਸਿਕਲੀ ਆਪਾਂ ਕੀ ਕਰਦੇ ਹਾਂ, ਕੰਪੇਅਰ ਹੀ ਕਰਦੇ ਹਾਂ ਨੋਨ ਕੁਆਂਟਿਟੀ ਨੂੰ ਅਨਨੋਨ ਕੁਆਂਟਿਟੀ ਦੇ ਨਾਲ, ਠੀਕ ਹੈ, ਜਾਂ ਫਿਰ ਅਨਨੋਨ ਕੁਆਂਟਿਟੀ ਨੂੰ ਨੋਨ ਕੁਆਂਟਿਟੀ ਦੇ ਨਾਲ ਮੇਅਰ ਕਰਦੇ ਹਾਂ ਆਪਾਂ। ਸੋ ਇਹੀ ਜਿਹੜਾ ਹੁੰਦਾ ਮੇਨ ਕੰਸੈਪਟ ਹੁੰਦਾ ਇਹਦਾ। ਬਾਕੀ ਮੈਥਡ ਕਿਹੜੇ ਕਿਹੜੇ ਹੁੰਦੇ ਆ ਮੇਅਰਮੈਂਟ ਦੇ? ਸੋ ਜਿਹੜੇ ਮੇਅਰਮੈਂਟ ਦੇ ਮੈਥਡ ਆ ਇਹਨਾਂ ਨੂੰ ਬਰੋਡਲੀ ਆਪਾਂ ਦੋ ਹਿੱਸਿਆਂ ਜਿਹੜੇ ਦੇ ਵਿੱਚ ਆਪਾਂ ਕਲਾਸੀਫਾਈ ਕਰਦੇ ਹਾਂ। ਇੱਕ ਤਾਂ ਆਪਣੇ ਕੋਲ ਹੁੰਦਾ ਡਾਇਰੈਕਟ ਮੇਅਰਮੈਂਟ, ਅਤੇ ਸੈਕਿੰਡ ਮੇਰੇ ਕੋਲ ਆ ਜਾਂਦਾ ਇਨ ਡਾਇਰੈਕਟ ਮੇਅਰਮੈਂਟ। ਸੋ ਡਾਇਰੈਕਟ ਮੇਅਰਮੈਂਟ ਦੇ ਵਿੱਚ ਕੀ ਹੁੰਦਾ, ਰੈਫਰ ਟੂ ਦਾ ਮੇਅਰਿੰਗ ਐਗਜ਼ੈਕਟਲੀ ਦ ਥਿੰਗ ਦੈਟ ਯੂ ਆਰ ਲੁਕਿੰਗ ਟੂ ਮੇਜਰ। ਯਾਨੀ ਕਿ ਡਾਇਰੈਕਟ ਮੇਅਰਮੈਂਟ ਦੇ ਵਿੱਚ ਆਪਾਂ ਕੀ ਕਰਦੇ ਹਾਂ, ਡਾਇਰੈਕਟਲੀ ਮੇਅਰ ਕਰ ਦਿੰਦੇ ਹਾਂ। ਜਿੱਦਾਂ ਤੁਸੀਂ ਕੱਪੜਾ ਲੈਣ ਜਾਓ ਦੁਕਾਨ 'ਤੇ ਤਾਂ ਉਹਨਾਂ ਦੇ ਕੋਲ ਕੀ ਹੁੰਦਾ, ਗੱਜ ਹੁੰਦਾ ਜਾਂ ਇੱਕ ਸਕੇਲ ਹੁੰਦਾ। ਉਹ ਸਕੇਲ ਦੇ ਨਾਲ ਕੀ ਕਰਦੇ ਆ, ਉਹ ਸਕੇਲ ਪਤਾ ਹੁੰਦਾ ਆਪਾਂ ਨੂੰ ਵੀ 1 ਮੀਟਰ ਜਾਂ 1.5 ਮੀਟਰ ਦਾ। ਸੋ ਸਕੇਲ ਦੇ ਨਾਲ ਡਾਇਰੈਕਟਲੀ ਆਪਾਂ ਨੂੰ ਕੱਪੜਾ ਮੇਅਰ ਕਰਕੇ ਅਤੇ ਉਹ ਦੇ ਦਿੰਦੇ ਆ ਜਿੰਨਾ ਵੀ ਆਪਾਂ ਨੂੰ ਚਾਹੀਦਾ ਹੁੰਦਾ, ਠੀਕ ਆ। ਸੋ ਉਹ ਆਪਣੇ ਕੋਲ ਡਾਇਰੈਕਟ ਮੇਅਰਮੈਂਟ ਹੋ ਜਾਂਦੀ ਹੈ ਵੀ ਡਾਇਰੈਕਟਲੀ ਆਪਾਂ ਮੇਅਰ ਕਰ ਲਿਆ, ਠੀਕ ਆ। ਵੇਟ ਆ, ਵੇਟ ਦੇ ਵਿੱਚ ਕੀ ਆ, ਆਪਣੇ ਕੋਲ 5 ਕਿਲੋ ਦਾ ਵੇਟ ਆ। ਜਦੋਂ ਤੱਕੜੀ ਦੀ ਐਗਜ਼ਾਮਪਲ ਤੁਹਾਨੂੰ ਲਾਸਟ ਟਾਈਮ ਦਿੱਤੀ ਸੀ ਮੈਂ ਵੇਟ 'ਤੇ, ਸੋ ਉਹਦੇ ਵਿੱਚ ਵੀ ਕੀ ਹੁੰਦਾ, ਇੱਕ ਸਾਈਡ 'ਤੇ ਆਪਾਂ 5 ਕਿਲੋ ਦਾ ਵੇਟ ਰੱਖਤਾ, ਦੂਸਰੇ ਪਾਸੇ ਆਪਾਂ 5 ਕਿਲੋ ਜਿਹੜੀ ਵੀ ਆਪਾਂ ਚੀਜ਼ ਬਾਏ ਕਰਨੀ ਆ 5 ਕਿਲੋ ਉਹ ਰੱਖਤੀ। ਦੋਨਾਂ ਦਾ ਜਦੋਂ ਜਿਹੜਾ ਵੇਟ ਬੈਲੈਂਸ ਹੋ ਗਿਆ ਤਾਂ ਆਪਾਂ ਕਹਿ ਦਿੰਦੇ ਕਿ ਹਾਂ ਇਹ ਆਪਣੇ ਕੋਲ ਕੀ ਆ ਗਿਆ, 5 ਕਿਲੋ ਇਹਦੀ ਹੋ ਗਈ, ਠੀਕ ਹੈ। ਸੋ ਉਹ ਤਾਂ ਹੋ ਗਈ ਆਪਣੇ ਕੋਲ ਡਾਇਰੈਕਟ ਮੇਅਰਮੈਂਟ ਹੋ ਗਈ। ਸੋ ਸੈਕਿੰਡ ਮੇਰੇ ਕੋਲ ਆ ਜਾਂਦੀ ਹੈ ਇਨਡਾਇਰੈਕਟ ਮੇਅਰਮੈਂਟ। ਇਨਡਾਇਰੈਕਟ ਮੇਅਰਮੈਂਟ ਕੀ ਹੁੰਦਾ, ਮੀਨਸ ਦੈਟ ਯੂ ਆਰ ਮੇਅਰਿੰਗ ਸਮਥਿੰਗ ਬਾਏ ਮੇਅਰਿੰਗ ਸਮਥਿੰਗ ਐਲਸ। ਸੋ ਇਹਨੂੰ ਈਜ਼ੀਲੀ ਸਮਝਣ ਵਾਸਤੇ ਕੀ ਆ, ਆਪਾਂ ਇੱਕ ਐਗਜ਼ਾਮਪਲ ਲਵਾਂਗੇ, ਠੀਕ ਹੈ। ਐਗਜ਼ਾਮਪਲ ਕੀ ਆ, ਹੁਣ ਜਿੱਦਾਂ ਮੰਨ ਲਓ ਹਵਾ ਜਿਹੜੀ ਹੈ, ਵਿੰਡ ਇਜ਼ ਬਲੋਇੰਗ, ਹਵਾ ਜਿਹੜੀ ਹੈ ਚੱਲ ਰਹੀ ਹੈ, ਠੀਕ ਆ। ਹੁਣ ਹਵਾ ਚੱਲਦੀ ਜਿਹੜੀ ਆ ਉਹਨੂੰ ਆਪਾਂ ਡਾਇਰੈਕਟਲੀ ਤਾਂ ਮੇਅਰ ਕਰ ਨਹੀਂ ਸਕਦੇ ਵੀ ਆਪਾਂ ਹੱਥ ਖੜਾ ਕਰਕੇ ਦੱਸ ਦਈਏ ਵੀ ਹਵਾ ਕਿੰਨੀ ਤੇਜ਼ ਆ ਜਾਂ ਉਹਦੀ ਕਿੰਨੀ ਸਪੀਡ ਹੈ, ਠੀਕ ਆ। ਸੋ ਹਵਾ ਨੂੰ ਮੇਅਰ ਕਰਨ ਵਾਸਤੇ ਆਪਾਂ ਕੀ ਕਰਦੇ ਹਾਂ, ਹਵਾ ਨੂੰ ਮੇਅਰ ਕਰਨ ਵਾਸਤੇ ਆਪਾਂ ਵਿੰਡ ਮਿਲਸ ਦਾ ਯੂਜ਼ ਕਰਦੇ ਹਾਂ। ਸੋ ਵਿੰਡ ਮਿਲਸ ਦਾ ਕੀ ਯੂਜ਼ ਹੁੰਦਾ, ਵਿੰਡ ਮਿਲ ਆਪਾਂ ਨੂੰ ਕੀ ਕਰਦੀ ਆ, ਜਦੋਂ ਵੀ ਜਿਹੜੀ ਆ ਵਿੰਡ ਬਲੋ ਹੁੰਦੀ ਆ ਤਾਂ ਵਿੰਡ ਮਿਲ ਕੀ ਕਰਦੀ ਆ, ਉਸ ਡਾਇਰੈਕਸ਼ਨ ਦੇ ਵਿੱਚ ਕੀ ਹੁੰਦੀ ਆ, ਰੋਟੇਟ ਹੋਣੀ ਸਟਾਰਟ ਹੋ ਜਾਂਦੀ ਹੈ, ਕਲੋਕਵਾਈਜ਼ ਜਾਂ ਐਂਟੀ ਕਲੋਕਵਾਈਜ਼ ਡਿਪੈਂਡਿੰਗ ਅਪੋਨ ਕਿ ਜਿਹੜੀ ਮੇਰੀ ਏਅਰ ਆ ਜਾਂ ਵਿੰਡ ਆ ਉਹਦੀ ਜਿਹੜੀ ਡਾਇਰੈਕਸ਼ਨ ਕੀ ਆ, ਠੀਕ ਆ। ਸੋ ਵਿੰਡ ਮਿਲ ਜਿਹੜੀ ਹੈ ਇਹ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਹਵਾ ਦੀ ਡਾਇਰੈਕਸ਼ਨ ਕਿਹੜੀ ਆ, ਠੀਕ ਆ। ਸੈਕੰਡਲੀ ਵਿੰਡ ਮਿਲ ਤੋਂ ਆਪਾਂ ਨੂੰ ਇਹ ਵੀ ਇਨਫੋਰਮੇਸ਼ਨ ਮਿਲ ਜਾਂਦੀ ਆ ਕਿ ਸਪੀਡ ਕਿੰਨੀ ਆ, ਵਿੰਡ ਦੀ ਸਪੀਡ ਕਿੰਨੀ ਆ। ਸੋ ਇੱਥੇ ਆਪਾਂ ਕੀ ਕਰ ਰਹੇ ਹਾਂ, ਇੱਥੇ ਮੇਅਰ ਤਾਂ ਆਪਾਂ ਹਵਾ ਨੂੰ ਕਰ ਰਹੇ ਹਾਂ,
ਠੀਕ ਆ। ਮੇਅਰਮੈਂਟ ਆਪਾਂ ਕਿਹਦੀ ਕਰ ਰਹੇ ਹਾਂ, ਵਿੰਡ ਦੀ ਮੇਅਰਮੈਂਟ ਕਰ ਰਹੇ ਹਾਂ, ਹਵਾ ਦੀ ਮੇਅਰਮੈਂਟ ਕਰ ਰਹੇ ਹਾਂ, ਬਟ ਕਿਹਦੇ ਥਰੂ ਕਰ ਰਹੇ ਹਾਂ, ਉਹ ਆਪਾਂ ਕਰ ਰਹੇ ਹਾਂ ਵਿੰਡ ਮਿਲ ਦੇ ਥਰੂ। ਸੋ ਇਹ ਕੀ ਹੈ, ਮੇਰੇ ਕੋਲ ਇਨਡਾਇਰੈਕਟ ਮੇਅਰਮੈਂਟ ਹੋ ਜਾਂਦੀ ਹੈ। ਡਾਇਰੈਕਟ ਦੇ ਵਿੱਚ ਕੀ ਹੁੰਦਾ, ਆਪਾਂ ਡਾਇਰੈਕਟਲੀ ਦੇਖ ਲੈਂਦੇ ਕਿ ਹਾਂ ਇਸ ਚੀਜ਼ ਦਾ ਇੰਨਾ ਵੇਟ ਆ, ਦੇਖੋ ਇੱਥੇ ਲਿਖਿਆ ਹੋਇਆ ਫੋਰ ਐਗਜ਼ਾਮਪਲ ਟੈਕਨੋਲੋਜੀ ਨੇ ਵੇਟ, ਡਿਸਟੈਂਸ ਐਂਡ ਸੋ ਔਨ। ਜਿੱਦਾਂ ਡਿਸਟੈਂਸ ਆਪਾਂ ਕਹਿੰਦੇ ਨੇ ਵੀ ਹਾਂ ਵੀ 1 ਕਿਲੋਮੀਟਰ ਦਾ ਡਿਸਟੈਂਸ ਆ, ਕਾਰ ਦੇ ਵਿੱਚ ਤੁਸੀਂ ਜਾਣਦੇ ਆ ਤੁਹਾਡੇ ਮੀਟਰ ਲੱਗਾ 1 ਕਿਲੋਮੀਟਰ ਦਾ ਡਿਸਟੈਂਸ, ਠੀਕ ਆ, ਉਹਦੇ ਵਿੱਚ ਆਪਾਂ ਨੂੰ ਆ ਜਾਂਦਾ ਵੇਟ ਆ। ਵੇਟ ਆਪਾਂ ਦੇਖ ਕੇ ਦੱਸ ਦਿੰਦੇ ਵੀ ਇਹ ਕਿੰਨਾ ਵੇਟ ਆ, 5 ਕਿਲੋ 10 ਕਿਲੋ ਜਿੰਨਾ ਵੀ ਹੈ, ਠੀਕ ਆ। ਸੋ ਉਹਦੇ ਵਿੱਚ ਆਪਾਂ ਕਿਸੇ ਚੀਜ਼ ਨੂੰ ਕੰਪੇਅਰ ਨਹੀਂ ਕਰਦੇ, ਕੰਪੇਅਰ ਨਹੀਂ ਸੌਰੀ, ਆਪਾਂ ਕਿਸੇ ਹੋਰ ਚੀਜ਼ ਨੂੰ ਉਹ ਨਹੀਂ ਕਰਦੇ, ਯੂਜ਼ ਨਹੀਂ ਕਰਦੇ, ਡਾਇਰੈਕਟਲੀ ਆਪਾਂ ਦੇਖ ਲੈਂਦੇ ਹਾਂ ਵੀ ਕਿੰਨੀ ਇਹਦੀ ਹੈਗੀ ਮੇਅਰਮੈਂਟ ਆ। ਜਿੱਦਾਂ ਕੱਪੜੇ ਦੀ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ, ਕੱਪੜਾ ਲੈਣ ਜਾਓ ਤਾਂ ਉਹ ਵੀ ਹੁੰਦਾ ਸਕੇਲ ਦੇ ਨਾਲ ਦੇਖ ਲੈਂਦੇ ਵੀ 1 ਮੀਟਰ ਦੀ ਲੈਂਥ ਆ, ਹਾਂ ਠੀਕ ਆ, ਡਾਇਰੈਕਟਲੀ ਮੇਅਰ ਹੋ ਗਈ, ਠੀਕ ਆ। ਬਟ ਇਨਡਾਇਰੈਕਟ ਦੇ ਵਿੱਚ ਇੱਦਾਂ ਹੁੰਦਾ, ਇਨਡਾਇਰੈਕਟ ਦੇ ਵਿੱਚ ਆਪਾਂ ਕੁਆਂਟਿਟੀ ਨੂੰ ਮੇਅਰ ਕਰਦੇ ਹਾਂ ਕਿਸੇ ਹੋਰ ਕੁਆਂਟਿਟੀ ਨੂੰ ਯੂਜ਼ ਕਰਦੇ ਜਾਂ ਕਿਸੇ ਹੋਰ ਚੀਜ਼ ਨੂੰ ਯੂਜ਼ ਕਰਕੇ। ਜਿੱਦਾਂ ਵਿੰਡ ਬਲੋ ਕਰਦੀ ਆ, ਉਹਨੂੰ ਆਪਾਂ ਮੇਅਰ ਕਰਨਾ ਡਾਇਰੈਕਟਲੀ, ਆਪਾਂ ਤਾਂ ਨਹੀਂ ਦੱਸ ਸਕਦੇ ਨਾ ਉਹਨੂੰ ਵੀ ਇਹ ਜਿਹੜੀ ਆ ਸਪੀਡ ਇਹਦੀ ਕਿੰਨੀ ਆ ਜਾਂ ਇਹਦੀ ਡਾਇਰੈਕਸ਼ਨ ਵਿੰਡ ਦੀ ਕੀ ਆ, ਕਲੋਕ ਕਿੱਧਰ ਨੂੰ ਵਿੰਡ ਜਿਹੜੀ ਈਸਟ ਟੂ ਵੈਸਟ ਫਲੋ ਕਰਦੀ ਹੈ, ਵੈਸਟ ਟੂ ਈਸਟ ਜਿਹੜੀ ਆ ਬਲੋ ਕਰ ਰਹੀ ਆ। ਸੋ ਉੱਥੇ ਆਪਾਂ ਕੀ ਕਰਦੇ, ਉੱਥੇ ਵਿੰਡ ਮਿਲ ਨੂੰ ਆਪਾਂ ਯੂਜ਼ ਕਰਦੇ ਹਾਂ। ਵਿੰਡ ਮਿਲ ਨੂੰ ਯੂਜ਼ ਕਰਕੇ ਆਪਾਂ ਕੀ ਕਰਦੇ ਹਾਂ, ਆਪਾਂ ਉਹਦੀ ਡਾਇਰੈਕਸ਼ਨ ਜਿਹੜੀ ਹੁੰਦੀ ਹੈ ਵਿੰਡ ਦੀ ਪਤਾ ਕਰ ਦਿੰਦੇ ਹਾਂ, ਠੀਕ ਆ। ਅਤੇ ਉਹਦੇ ਨਾਲ ਆਪਾਂ ਕੋਈ ਹੋਰ ਵੀ ਚੀਜ਼ ਲਗਾ ਕੇ ਆਪਾਂ ਉਹਦੀ ਸਪੀਡ ਵੀ ਮੇਅਰ ਕਰਦੇ, ਡਾਇਨਮੋ ਲਗਾ ਕੇ ਜਾਂ ਕੋਈ ਹੋਰ ਚੀਜ਼ ਲਾ ਕੇ ਉਹਨਾਂ ਆਪਾਂ ਉਹਦੀ ਸਪੀਡ ਵੀ ਕਰ ਸਕਦੇ ਵੀ ਕਿੰਨੀ ਸਪੀਡ ਜਿਹੜੀ ਹੈ ਆਪਣੇ ਕੋਲ ਏਅਰ ਦੀ ਹੈਗੀ ਆ, ਠੀਕ ਆ। ਸੋ ਇਹ ਹੁੰਦੀ ਮੇਰੇ ਕੋਲ ਡਾਇਰੈਕਟ ਅਤੇ ਇਨਡਾਇਰੈਕਟ ਮੇਅਰਮੈਂਟ। ਨੈਕਸਟ ਹੁਣ ਮੇਰੇ ਕੋਲ ਆ ਜਾਂਦੇ ਆ ਐਰਰ ਅਤੇ ਟਾਈਪਸ ਆਫ ਐਰਰ। ਬਿਕੋਜ਼ ਜਦੋਂ ਵੀ ਆਪਾਂ ਕੋਈ ਵੀ ਮੇਅਰਮੈਂਟ ਕਰਦੇ ਹਾਂ, ਠੀਕ ਆ, ਮੇਅਰਮੈਂਟ ਦੇ ਵਿੱਚ ਐਰਰ ਆਉਣ ਦੇ ਚਾਂਸਿਸ ਹੁੰਦੇ ਹੀ ਆ। ਜੇ ਕੋਈ ਵੀ ਮੇਅਰਮੈਂਟ ਲਾ ਲਓ, ਚਾਹੇ ਉਹ ਵੇਟ ਦੀ ਲਾ ਲਓ ਜਾਂ ਲੈਂਥ ਦੀ ਲਾ ਲਓ, ਕੋਈ ਵੀ ਚੀਜ਼ ਜਿਹੜੀ ਹੁੰਦੀ ਪ੍ਰੋਪਰ ਐਕੂਰੇਟ ਨਹੀਂ ਹੁੰਦੀ, ਸਪੈਸ਼ਲੀ ਜੇ ਉਹ ਚੀਜ਼ ਜਿਹੜੀ ਆ ਤੁਹਾਡੀ ਇਲੈਕਟ੍ਰੀਕਲ ਆਪਾਂ ਮੇਅਰ ਕਰਦੇ ਹਾਂ, ਜਿਹਦੇ ਵਿੱਚ ਆਪਾਂ ਇਲੈਕਟ੍ਰੀਸਿਟੀ ਨੂੰ ਯੂਜ਼ ਕਰ ਰਹੇ ਹਾਂ ਮੇਅਰਮੈਂਟ ਵਾਸਤੇ, ਉੱਥੇ ਜਿਹੜੀ ਐਕੂਰੇਸੀ ਥੋੜ੍ਹੀ ਜਿਹੀ ਘੱਟ ਜਾਂਦੀ। ਬਿਕੋਜ਼ ਉੱਥੇ ਟੈਂਪਰੇਚਰ ਵੀ ਬਹੁਤ ਡਿਪੈਂਡ ਕਰਦਾ, ਫਿਰ ਹਿਊਮਨ ਐਰਰ ਵੀ ਹੋ ਸਕਦਾ, ਉਹਦੇ ਵਿੱਚ ਕਾਫੀ ਤਰ੍ਹਾਂ ਦੇ ਐਰਰ ਹੋ ਸਕਦੇ ਆ, ਠੀਕ ਆ। ਸੋ ਇਹੀ ਜਿਹੜਾ ਡਿਫਰੈਂਸ ਹੁੰਦਾ ਆ ਮੇਅਰਡ ਵੈਲਿਊ ਐਂਡ ਟਰੂ ਵੈਲਿਊ, ਯਾਨੀ ਕਿ ਜਿਹੜੀ ਕੁਆਂਟਿਟੀ ਆਪਾਂ ਮੇਅਰ ਕੀਤੀ ਆ ਅਤੇ ਜਿਹੜੀ ਐਕਚੁਅਲ ਦੇ ਵਿੱਚ ਵੈਲਿਊ ਉਹਦੀ ਹੈਗੀ ਆ, ਉਹਨੂੰ ਆਪਾਂ ਕੀ ਕਹਾਂਗੇ ਕਿ ਇਹ ਕੀ ਹੈ ਮੇਰੇ ਕੋਲ ਐਰਰ ਆ। ਜਿੱਦਾਂ ਮੰਨ ਲਓ ਉਹਦੀ ਟਰੂ ਵੈਲਿਊ ਜਿਹੜੀ ਸੀਗੀ ਉਹ 5 kg ਸੀਗੀ, ਆਪਾਂ ਮੇਅਰ ਜਾਂ ਜਿਹੜੀ ਵੀ ਵੇਟ ਦੇ ਨਾਲ ਆਪਾਂ ਮੇਅਰ ਕਰ ਰਹੇ ਹਾਂ ਉਹਨੇ ਉਹਨੂੰ ਦੱਸਦਾ ਵੀ 4 ਕਿਲੋ, ਠੀਕ ਹੈ, ਬਟ ਐਕਚੁਅਲ 'ਚ ਕੁਆਂਟਿਟੀ ਉਹਦੀ 5 ਕਿਲੋ ਆ, ਬਟ ਮੀਟਰ ਸ਼ੋ ਕਰ ਰਿਹਾ ਵੀ ਇਹ 4 kg ਵੇਟ ਆ, ਠੀਕ ਹੈ। ਸੋ 1 kg ਦਾ ਕੀ ਆ ਗਿਆ, ਉਹਦੇ ਵਿੱਚੋਂ ਐਰਰ ਆ ਗਿਆ, ਉਹਨੂੰ ਆਪਾਂ ਐਰਰ ਕਹਾਂਗੇ। ਨੈਕਸਟ ਮੇਰੇ ਕੋਲ ਆਉਂਦਾ ਟਾਈਪਸ ਆਫ ਐਰਰ, ਵੀ ਕਿਹੜੀ ਕਿਹੜੀ ਤਰ੍ਹਾਂ ਦੇ ਆਪਣੇ ਕੋਲ ਐਰਰ ਹੁੰਦੇ ਆ। ਫਸਟ ਐਰਰ ਹੈਗਾ ਮੇਰੇ ਕੋਲ ਕੌਂਸਟੈਂਟ ਐਰਰ। ਸੋ ਹੁਣ ਦੇਖੋ ਕੌਂਸਟੈਂਟ ਦਾ ਕੀ ਮਤਲਬ ਹੁੰਦਾ ਕਿ ਇੱਕੋ ਮਤਲਬ ਕਿ ਲੈਅ ਦੇ ਵਿੱਚ, ਠੀਕ ਹੈ। ਕੌਂਸਟੈਂਟ ਦਾ ਮਤਲਬ ਕੀ ਹੁੰਦਾ ਵੀ ਇੱਕੋ ਲੈਅ ਦੇ ਵਿੱਚ ਜੋ ਮਤਲਬ ਕਿ ਰਿਪੀਟ ਹੋ ਰਹੀ ਹੈ ਚੀਜ਼, ਆਪਾਂ ਕਹਿ ਸਕਦੇ ਹਾਂ ਕੌਂਸਟੈਂਟ, ਠੀਕ ਆ। ਜਿੱਦਾਂ ਮੰਨ ਲਓ ਆਪਾਂ ਕਹਿ ਰਹੇ ਵੀ ਕੌਂਸਟੈਂਟ ਸਪੀਡ ਕੀ ਆ, 10 ਕਿਲੋਮੀਟਰ ਪਰ ਆਵਰ ਦੀ ਕੌਂਸਟੈਂਟ ਸਪੀਡ ਹੈ, ਯਾਨੀ ਕਿ 10 ਕਿਲੋਮੀਟਰ ਦੀ ਹੀ ਸਪੀਡ ਜਿਹੜੀ ਆ ਆਪਾਂ ਮੇਨਟੇਨ ਕਰਕੇ ਰੱਖੀ ਹੋਈ ਹੈ, ਠੀਕ ਆ। ਜੇ ਆਪਾਂ ਕਹਿ ਦਿੰਦੇ ਵੀ 40 ਕਿਲੋਮੀਟਰ ਦੀ ਕੌਂਸਟੈਂਟ ਸਪੀਡ ਹੈ ਤਾਂ 40 ਕਿਲੋਮੀਟਰ 'ਤੇ ਹੀ ਇੱਕ ਕੌਂਸਟੈਂਟ ਸਪੀਡ 'ਤੇ ਜਿਹੜੀ ਆ ਉਹ ਕਾਰ ਜਾ ਰਹੀ ਹੈ, ਠੀਕ ਆ। ਸੋ ਇੱਦਾਂ ਹੀ ਕੌਂਸਟੈਂਟ ਐਰਰ ਦੇ ਵਿੱਚ ਵੀ ਕੀ ਹੁੰਦਾ, ਜਿੱਦਾਂ ਮੰਨ ਲਓ ਆਪਾਂ ਕਾਫੀ ਸਾਰੀਆਂ ਜਿਹੜੀਆਂ ਓਬਜ਼ਰਵੇਸ਼ਨਸ ਲਈਆਂ ਆ, ਜਿੱਦਾਂ ਮੰਨ ਲਓ ਆਪਾਂ ਕਰੰਟ ਹੀ ਮੇਅਰ ਕਰ ਰਹੇ ਹਾਂ, ਠੀਕ ਆ। ਕਰੰਟ ਮੇਅਰ ਕਰ ਰਹੇ ਹਾਂ ਤਾਂ ਉਹਦੇ ਵਿੱਚ ਕੀ ਹੋਇਆ, ਆਪਣੇ ਕੋਲ 4 ਐਂਪੀਅਰ ਕਰੰਟ ਜਿਹੜਾ ਆ ਬਾਰ-ਬਾਰ ਆ ਰਿਹਾ, ਠੀਕ ਆ। ਹਰ ਟਾਈਮ ਜਦੋਂ ਵੀ ਆਪਾਂ ਕਰਦੇ ਪਏ ਹਾਂ ਆਪਣੇ ਕੋਲ 4 ਐਂਪੀਅਰ ਕਰੰਟ ਆ ਰਿਹਾ, ਬਟ ਐਕਚੁਅਲ ਦੇ ਵਿੱਚ ਕਰੰਟ ਦੀ ਜਿਹੜੀ ਵੈਲਿਊ ਆ ਉਹ ਕੀ ਆ, ਜ਼ਿਆਦਾ ਆ। ਐਕਚੁਅਲ ਦੇ ਵਿੱਚ ਕਰੰਟ ਦੀ ਵੈਲਿਊ ਜ਼ਿਆਦਾ, ਮੰਨ ਲਓ ਐਕਚੁਅਲ ਦੇ ਵਿੱਚ ਕਰੰਟ ਜਿਹੜੀ ਆ ਮੋਟਰ ਤੁਹਾਡੀ ਲੈ ਰਹੀ ਹੈ 6 ਐਂਪੀਅਰ, ਬਟ ਮੀਟਰ ਕੀ ਆ, ਆਪਾਂ ਇੱਕ ਵਾਰ ਰੀਡਿੰਗ ਲਈ ਉਹਨੇ 4 ਐਂਪੀਅਰ ਸ਼ੋ ਕੀਤਾ, ਦੂਸਰੀ ਵਾਰ ਫਿਰ ਆਪਾਂ ਰੀਡਿੰਗ ਲਈ ਮੀਟਰ ਨੇ ਫਿਰ 4 ਐਂਪੀਅਰ ਕਰੰਟ ਸ਼ੋ ਕੀਤਾ, ਠੀਕ ਆ। ਸੋ ਹੁਣ ਕੀ ਆ, ਹੁਣ 6 ਐਂਪੀਅਰ ਚਾਹੀਦਾ ਸੀ, ਬਟ ਕਿੰਨਾ ਮੀਟਰ ਕਰ ਰਿਹਾ ਮੇਅਰ, ਸਿਰਫ 4 ਐਂਪੀਅਰ। ਸੋ ਉਹ ਜਿਹੜਾ ਐਰਰ ਹੋਊਗਾ ਉਹਨੂੰ ਮੈਂ ਕਹੂੰਗਾ ਕਿ ਇਹ ਕੀ ਹੈ, ਕੌਂਸਟੈਂਟ ਐਰਰ ਆ। ਬਿਕੋਜ਼ ਹਰ ਵਾਰ ਕੀ ਆ, ਜਿਹੜੀ ਰੀਡਿੰਗ ਆ ਰਹੀ ਆ ਉਹ ਸੇਮ ਅਮਾਊਂਟ ਦੀ ਆ ਰਹੀ ਆ, ਕੌਂਸਟੈਂਟ ਰੀਡਿੰਗ ਆ ਰਹੀ ਆ। ਸੋ ਉਹਨੂੰ ਮੈਂ ਕਹੂੰਗਾ ਕਿ ਇਹ ਮੇਰੇ ਕੋਲ ਕੌਂਸਟੈਂਟ ਐਰਰ ਆ, ਠੀਕ ਆ। ਸੋ ਇਹ ਮੇਰੇ ਕੋਲ ਹੁੰਦਾ ਕੌਂਸਟੈਂਟ ਐਰਰ। ਸੈਕਿੰਡ ਮੇਰੇ ਕੋਲ ਆ ਜਾਂਦਾ ਹੈ ਸਿਸਟੇਮੈਟਿਕ ਐਰਰ। ਸਿਸਟੇਮੈਟਿਕ ਐਰਰ ਮੇਰੇ ਕੋਲ ਆ ਜਾਂਦਾ ਹੈ ਵੀ ਮੰਨ ਲਓ ਆਪਣੇ ਕੋਲ ਸਾਈਨ ਦਾ ਐਰਰ ਆ ਗਿਆ। ਸਾਈਨ ਦਾ ਐਰਰ ਮਤਲਬ ਕਿ ਪੋਜ਼ੀਟਿਵ ਨੈਗੇਟਿਵ ਦਾ ਜਿਹੜਾ ਹੈ ਨਾ ਐਰਰ ਸ਼ੋ ਕਰਨ ਲੱਗ ਪਵੇ ਜਦੋਂ ਵੀ ਮੇਰਾ ਸਿਸਟਮ, ਤਾਂ ਉਹਨੂੰ ਆਪਾਂ ਕਹਾਂਗੇ ਕਿ ਇਹ ਸਿਸਟੇਮੈਟਿਕ ਐਰਰ ਆ। ਤਾਂ ਮੰਨ ਲਓ ਕੋਈ ਆਪਣੇ ਕੋਲ ਪੋਜ਼ੀਟਿਵ ਦੇ ਵਿੱਚ ਆਉਣੀ ਚਾਹੀਦੀ ਹੈ ਚੀਜ਼, ਬਟ ਆਪਾਂ ਨੂੰ ਸਿਸਟਮ ਜਿਹੜਾ ਉਹ ਨੈਗੇਟਿਵ ਦੇ ਵਿੱਚ ਸ਼ੋ ਕਰ ਰਿਹਾ, ਠੀਕ ਹੈ। ਵੇਟ ਜਿਹੜਾ ਵੇਟ ਦੀ ਤਾਂ ਚਲੋ ਆਪਾਂ ਇਹਦੇ ਵਿੱਚ ਨਹੀਂ ਐਗਜ਼ਾਮਪਲ ਲੈ ਸਕਦੇ, ਕੋਈ ਵੀ ਚੀਜ਼ ਹੈ ਜਿੱਦਾਂ ਮੰਨ ਲਓ ਕਰੰਟ ਜਿਹੜਾ ਹੈ ਮੇਰਾ ਪੋਜ਼ੀਟਿਵ ਦੇ ਵਿੱਚ ਸ਼ੋ ਹੋਣਾ ਚਾਹੀਦਾ, ਬਟ ਕਰੰਟ ਦੀ ਵੈਲਿਊ ਕੀ ਹੈ, ਨੈਗੇਟਿਵ ਦੇ ਵਿੱਚ ਸ਼ੋ ਹੋ ਰਹੀ ਹੈ। ਸੋ ਉਹਨੂੰ ਆਪਾਂ ਕੀ ਕਹਾਂਗੇ ਕਿ ਇਹ ਸਿਸਟੇਮੈਟਿਕ ਐਰਰ ਆ। ਸੋ ਇਹ ਵੀ ਜਿਹੜਾ ਹੁੰਦਾ 3 ਤਰ੍ਹਾਂ ਦਾ ਹੁੰਦਾ, ਇੰਸਟਰੂਮੈਂਟਲ ਐਰਰ, ਯਾਨੀ ਕਿ ਇੰਸਟਰੂਮੈਂਟ ਦੇ ਵਿੱਚ ਜਿਹੜਾ ਆ ਕੋਈ ਪ੍ਰੋਬਲਮ ਆ ਗਈ ਉਹਦੇ ਕਰਕੇ ਐਰਰ ਆ ਗਿਆ, ਠੀਕ ਹੈ।
ਦੈਨ ਸੈਕਿੰਡ ਮੇਰੇ ਕੋਲ ਆ ਗਿਆ ਪਰਸਨਲ ਐਰਰ, ਵੀ ਜਿਹੜਾ ਹਿਊਮਨ ਬੀਇੰਗ ਆ ਉਹਦੇ ਕੋਲੋਂ ਕਿਤੇ ਪ੍ਰੋਬਲਮ ਆ ਗਈ ਆ ਰੀਡਿੰਗ ਲੈਣ ਦੇ ਵਿੱਚ, ਠੀਕ ਆ। ਨੈਕਸਟ ਹੈਗਾ ਐਰਰ ਡਿਊ ਟੂ ਇੰਪਰਫੈਕਸ਼ਨ। ਸੋ ਸਿਸਟਮੈਟਿਕ ਐਰਰ ਇੰਪਰਫੈਕਸ਼ਨ ਕਰਕੇ ਵੀ ਆ ਸਕਦਾ, ਲਾਈਕ ਤੁਸੀਂ ਜਿਹੜੇ ਇਹਦੇ ਪੋਜ਼ੀਟਿਵ ਨੈਗੇਟਿਵ ਟਰਮੀਨਲ ਆ ਮੀਟਰ ਦੇ, ਜਾਂ ਮੀਟਰ ਨੂੰ ਜਿਹੜਾ ਗਲਤ ਤਰੀਕੇ ਦੇ ਨਾਲ ਕਨੈਕਟ ਕੀਤਾ, ਠੀਕ ਆ। ਸੋ ਇਹ ਜਿਹੜੇ ਸਾਰੇ ਆ ਇਹ ਵਜ੍ਹਾ ਬਣ ਜਾਂਦੇ ਆ ਮੇਰੇ ਕੋਲ ਸਿਸਟਮੈਟਿਕ ਐਰਰ ਦੇ, ਜਦੋਂ ਮੇਰਾ ਸਿਸਟਮ ਜਿਹੜਾ ਆ ਸੇਮ ਸਾਈਨ ਦੇ ਨਾਲ ਕੀ ਆ ਉਹ ਸ਼ੋਅ ਕਰਦਾ ਹੈ ਰੀਡਿੰਗ, ਯਾਨੀ ਕਿ ਪੋਜ਼ੀਟਿਵ ਇਹਦਾ ਨੈਗੇਟਿਵ ਸ਼ੋਅ ਕਰ ਰਿਹਾ, ਅਤੇ ਨੈਗੇਟਿਵ ਇਹਦਾ ਪੋਜ਼ੀਟਿਵ ਜਿਹੜੀ ਰੀਡਿੰਗ ਆ ਉਹਨੂੰ ਸ਼ੋਅ ਕਰ ਰਿਹਾ। ਸੋ ਉਹ ਮੇਰੇ ਕੋਲ ਹੋ ਜਾਂਦਾ ਸਿਸਟਮੈਟਿਕ ਐਰਰ। ਨੈਕਸਟ ਮੇਰੇ ਕੋਲ ਆਉਂਦਾ ਰੈਂਡਮ ਔਰ ਐਕਸੀਡੈਂਟਲ ਐਰਰ। ਸੋ ਰੈਂਡਮ ਔਰ ਐਕਸੀਡੈਂਟਲ ਐਰਰ ਕੀ ਹੁੰਦਾ, ਜਦੋਂ ਵੀ ਆਪਾਂ ਮੰਨ ਲਓ ਕੋਈ ਐਕਸਪੈਰੀਮੈਂਟ ਕਰ ਰਹੇ ਹਾਂ, ਆਪਾਂ ਵੋਲਟੇਜ ਅਤੇ ਕਰੰਟ ਦੀਆਂ ਰੀਡਿੰਗਸ ਲੈਣੀਆਂ ਉਹਦੇ ਵਿੱਚ। ਸੋ ਆਪਾਂ ਜਿਹੜੀਆਂ ਰੀਡਿੰਗਸ ਹੁੰਦੀਆਂ ਨਾ 4 5 6 ਐਜ਼ ਪਰ ਰਿਕੁਆਇਰਮੈਂਟ ਹੁੰਦੀਆਂ ਰੀਡਿੰਗਸ, ਅਲੱਗ-ਅਲੱਗ ਰੀਡਿੰਗਸ ਲੈਂਦੇ ਆ। ਸੋ ਐਕਸਪੈਰੀਮੈਂਟ ਨੂੰ ਰਿਪੀਟ ਕਰਨ ਲੱਗੇ ਬਾਰ-ਬਾਰ ਜਦੋਂ ਆਪਣੇ ਕੋਲ ਅਲੱਗ-ਅਲੱਗ ਜਿਹੜੀਆਂ ਵੈਲਿਊਜ਼ ਆਉਣ, ਉਹਨੂੰ ਆਪਾਂ ਕਹਿ ਦਿੰਦੇ ਹਾਂ ਕਿ ਇਹ ਐਕਸੀਡੈਂਟਲ ਐਰਰ ਜਾਂ ਫਿਰ ਰੈਂਡਮ ਐਰਰ ਆ, ਠੀਕ ਹੈ। ਸੋ ਇਹਦੇ ਵਿੱਚ ਕੀ ਹੁੰਦਾ, ਇਹ ਜਿਹੜੀ ਐਰਰ ਹੁੰਦਾ ਇਹ ਇਸ ਕਰਕੇ ਵੀ ਆ ਸਕਦਾ ਵੀ ਹਰ ਇੰਡੀਵਿਜੂਅਲ ਜਿਹੜਾ ਹੈ ਉਹ ਅਲੱਗ-ਅਲੱਗ ਤਰੀਕੇ ਨਾਲ ਜਾਂ ਅਲੱਗ-ਅਲੱਗ ਐਂਗਲ ਤੋਂ ਦੇਖ ਰਿਹਾ। ਜਿੱਦਾਂ ਮੰਨ ਲਓ ਆਪਾਂ ਐਮੀਟਰ ਦੀ ਰੀਡਿੰਗ ਜਿਹੜੀ ਇੱਕ ਪਰਸਨ ਨੇ ਦੇਖੀ ਆ, ਉਹਨੇ ਬਿਲਕੁਲ ਸਾਹਮਣੇੋਂ ਦੇਖੀ ਆ, ਠੀਕ ਆ। ਸੋ ਉਹਨੂੰ ਸਾਹਮਣੋਂ ਰੀਡਿੰਗ ਜਿਹੜੀ ਆ ਕੁਛ ਹੋਰ ਨਜ਼ਰ ਆਈ ਆ। ਜੇ ਉਹਦੇ ਲੈਫਟ ਦੇ ਉੱਪਰ ਕੋਈ ਪਰਸਨ ਖੜਾ ਤਾਂ ਹੁਣ ਲੈਫਟ 'ਤੇ ਖੜੇ ਪਰਸਨ ਦਾ ਐਂਗਲ ਜਿਹੜਾ ਉਹ ਚੇਂਜ ਹੋ ਗਿਆ, ਠੀਕ ਆ। ਜਿਹੜਾ ਫਸਟ ਪਰਸਨ ਸੀ ਉਹਦੇ ਸਾਹਮਣੇ ਮੀਟਰ ਪਿਆ ਸੀ, ਉਹਨੇ ਸਾਹਮਣੇ 90 ਡਿਗਰੀ ਕਹਿ ਲਓ ਐਂਗਲ 'ਤੇ ਦੇਖੀ ਰੀਡਿੰਗ, ਤਾਂ ਉਹਦੀ ਰੀਡਿੰਗ ਜਿਹੜੀ ਸੀਗੀ ਉਹ ਅਲੱਗ ਆਈ ਆ। ਮੰਨ ਲਓ ਉਹਦੀ ਰੀਡਿੰਗ ਆਪਣੇ ਕੋਲ 5 ਆਈ ਆ, ਜਿਹੜਾ ਉਹਦੀ ਲੈਫਟ ਸਾਈਡ 'ਤੇ ਬੰਦਾ ਖੜਾ ਉਹਦੇ ਕੋਲ ਕੀ ਆ, ਉਹਦੇ ਕੋਲ ਆਉਣੀ ਆ 5.1 ਆਊਗੀ। ਜਿਹੜਾ ਉਹਦੇ ਰਾਈਟ ਸਾਈਡ 'ਤੇ ਖੜਾ ਉਹਨੂੰ ਉਹਦਾ ਐਂਗਲ ਅਲੱਗ ਆ ਹੁਣ ਦੇਖਣ ਦਾ, ਉਹਦੇ ਕੋਲ ਕੀ ਆਊਗੀ 4.8 ਆਊਗੀ ਰੀਡਿੰਗ। ਸੋ ਇਹ ਜਿਹੜੇ ਐਰਰ ਹੁੰਦੇ ਆ ਨਾ ਇਹ ਰੈਂਡਮਲੀ ਆ ਜਾਂਦੇ ਆ। ਸੋ ਇਹਨਾਂ ਨੂੰ ਆਪਾਂ ਰੈਂਡਮ ਐਰਰ ਕਹਿ ਦਿੰਦੇ ਹਾਂ, ਜਾਂ ਫਿਰ ਇਹਨਾਂ ਨੂੰ ਆਪਾਂ ਐਕਸੀਡੈਂਟਲ ਐਰਰ ਵੀ ਕਹਿ ਦਿੰਦੇ ਹਾਂ, ਠੀਕ। ਸੋ ਇਹ 3 ਤਰ੍ਹਾਂ ਦੇ ਆਪਣੇ ਕੋਲ ਐਰਰ ਹੁੰਦੇ ਆ, ਕਾਂਸਟੈਂਟ ਐਰਰ, ਸਿਸਟਮੈਟਿਕ ਐਰਰ ਐਂਡ ਰੈਂਡਮ ਐਰਰਸ। ਨੈਕਸਟ ਮੇਰੇ ਕੋਲ ਟਰਮ ਆ ਜਾਂਦੀ ਹੈ ਐਕੂਰੇਸੀ ਐਂਡ ਪ੍ਰੀਸੀਜ਼ਨ। ਸੋ ਐਕੂਰੇਸੀ ਕੀ ਹੁੰਦੀ ਹੈ, ਐਕੂਰੇਸੀ ਹੁੰਦੀ ਆ ਵੀ ਕਿੰਨਾ ਐਕੂਰੇਟਲੀ ਰੀਡਿੰਗ ਜਿਹੜੀ ਆ ਨਾ ਮੇਰਾ ਮੀਟਰ ਸ਼ੋ ਕਰ ਰਿਹਾ, ਠੀਕ ਹੈ। ਦ ਡੈਫੀਨੇਸ਼ਨ ਫॉर ਐਕੂਰੇਸੀ ਇਜ਼ ਦ ਕਲੋਜ਼ਨੈਸ ਵਿਦ ਵਿਚ ਐਨ ਇੰਸਟਰੂਮੈਂਟ ਰੀਡਿੰਗ ਅਪਰੋਚਿਸ ਦ ਟਰੂ ਔਰ ਐਕਚੁਅਲ ਵੈਲਿਊ ਆਫ ਕੁਆਂਟਿਟੀ ਬੀਇੰਗ ਮੈਜਰ। ਯਾਨੀ ਕਿ ਟਰੂ ਜਾਂ ਐਕਚੁਅਲ ਵੈਲਿਊ ਦੇ ਕਿੰਨਾ ਕਲੋਜ਼ ਰੀਡਿੰਗ ਦੇ ਰਿਹਾ ਮੇਰਾ ਜਿਹੜਾ ਮੀਟਰ ਆ, ਉਹਨੂੰ ਆਪਾਂ ਕਹਾਂਗੇ ਵੀ ਇਹ ਐਕੂਰੇਸੀ ਆ ਉਹਦੀ, ਠੀਕ ਹੈ। ਹਾਲਾਂਕਿ ਬਟ ਸੈਕਿੰਡ ਮੇਰੇ ਕੋਲ ਟਰਮ ਆ ਜਾਂਦੀ ਹੈ ਪ੍ਰੀਸੀਜ਼ਨ। ਪ੍ਰੀਸੀਜ਼ਨ ਕੀ ਹੁੰਦਾ, ਪ੍ਰੀਸੀਜ਼ਨ ਜਿਹੜਾ ਮੀਟਰ ਮੈਂ ਆਪਾਂ ਮੰਨ ਲਓ ਮੈਂ ਕਿਸੇ ਮੀਟਰ ਨੂੰ ਕਹਿ ਦੇਣਾ ਵੀ ਇਹ ਮੀਟਰ ਪ੍ਰਸਾਈਜ਼ ਆ। ਪ੍ਰਸਾਈਜ਼ ਮੀਟਰ ਦਾ ਮਤਲਬ ਇਹ ਨਹੀਂ ਆ ਕਿ ਉਹ ਮੀਟਰ ਐਕੂਰੇਟ ਵੀ ਹੋਊਗਾ, ਠੀਕ ਆ। ਉਹ ਆਪਾਂ ਨੂੰ ਰੀਡਿੰਗ ਦਊਗਾ, ਬਟ ਉਹ ਜਿਹੜਾ ਮੀਟਰ ਹੋਊਗਾ ਉਹ ਐਕੂਰੇਟ ਨਹੀਂ ਹੋਊਗਾ, ਉਹ ਆਪਾਂ ਨੂੰ ਨੇੜੇ ਤੇੜੇ ਦੀ ਵੈਲਿਊ ਜਿਹੜੀ ਆ ਉਹ ਦੇ ਦਊਗਾ, ਠੀਕ ਹੈ। ਸੋ ਫੋਰ ਐਗਜ਼ਾਮਪਲ ਤੁਸੀਂ ਇੱਥੇ ਦੇਖੋ, ਹੁਣ ਜਿੱਦਾਂ ਇਹ ਮੇਰੇ ਕੋਲ ਇੱਕ ਸਰਕਲ ਸ਼ੋਅ ਕੀਤੇ ਹੋਏ ਆ, ਇਹਦੇ ਵਿੱਚ ਆ ਸਾਰੇ ਡਾਟਸ ਨੇ। ਜਦੋਂ ਤਾਂ ਇਹ ਡਾਟਸ ਜਿਹੜੇ ਆ ਬਿਲਕੁਲ ਸੈਂਟਰ ਦੇ ਵਿੱਚ ਨੇ ਅਤੇ ਇੱਕੋ ਜਗ੍ਹਾ 'ਤੇ ਸਾਰੇ ਆ, ਇਹਨਾਂ ਨੂੰ ਮੈਂ ਕੀ ਕਹੂੰਗਾ ਕਿ ਹਾਂ ਇਹ ਕੀ ਆ ਮੇਰੇ ਕੋਲ ਐਕੂਰੇਟ ਐਂਡ ਪ੍ਰਸਾਈਜ਼ ਫਿਗਰ ਆ। ਸੈਕਿੰਡ ਕੀ ਆ, ਹੁਣ ਦੇਖੋ ਇਹ ਡਾਟ ਸਾਰੇ ਜਿਹੜੇ ਹੈ ਤਾਂ ਇੱਕ ਜਗ੍ਹਾ ਦੇ ਉੱਪਰ ਹੀ, ਬਟ ਜਿੱਥੇ ਇਹਨਾਂ ਨੂੰ ਹੋਣਾ ਚਾਹੀਦਾ, ਜਿੱਥੇ ਇਹਦੀ ਪੋਜੀਸ਼ਨ ਹੋਣੀ ਚਾਹੀਦੀ ਉੱਥੇ ਨਹੀਂ ਹੈਗੇ ਇਹ, ਠੀਕ ਆ। ਸੋ ਇਹਨੂੰ ਮੈਂ ਕਹੂੰਗਾ ਕਿ ਇਹ ਜਿਹੜਾ ਇੰਸਟਰੂਮੈਂਟ ਆ ਜਾਂ ਜਿਹੜਾ ਸਰਕਲ ਇਹ ਪ੍ਰਸਾਈਜ਼ ਆ ਬਟ ਐਕੂਰੇਟ ਨਹੀਂ ਹੈਗਾ। ਐਕੂਰੇਟ ਕਿਉਂ ਨਹੀਂ ਆ, ਬਟ ਐਕਚੁਅਲ ਕਿਉਂਕਿ ਐਕਚੁਅਲ ਜਿਹੜੀ ਪਲੇਸ ਇਹਦੀ ਹੈਗੀ ਆ, ਇਹ ਡਾਟ ਜਿਹੜੇ ਉੱਥੇ ਹੋਣੇ ਚਾਹੀਦੇ ਬਟ ਡਾਟ ਉੱਥੇ ਹੈ ਨਹੀਂ, ਇਸ ਕਰਕੇ ਇਹਨੂੰ ਮੈਂ ਕੀ ਕਹੂੰਗਾ ਕਿ ਇਹ ਪ੍ਰਸਾਈਜ਼ ਜ਼ਰੂਰ ਆ ਬਟ ਇਹ ਐਕੂਰੇਟ ਨਹੀਂ ਆ। ਸੇਮ ਹੀ ਮੀਟਰ ਦੇ ਵਿੱਚ ਵੀ ਹੁੰਦਾ, ਜਿੱਦਾਂ ਮੰਨ ਲਓ ਮੇਰੀ ਜਿਹੜੀ ਮੀਟਰ ਜਿਹੜਾ ਆ ਉਹ ਡਿਫਲੈਕਸ਼ਨ ਕਰ ਰਿਹਾ, ਡਿਫਲੈਕਟ ਕਰ ਰਹੀ ਆ ਉਹਦੀ ਸੂਈ, ਠੀਕ ਆ। ਬਟ ਜੋ ਵੈਲਿਊ ਹੋਣੀ ਚਾਹੀਦੀ ਐਕੂਰੇਟ ਉਹ ਨਹੀਂ ਸ਼ੋਅ ਕਰਦਾ, ਉਹ ਵੈਲਿਊ ਸ਼ੋਅ ਕਰਦਾ ਪਿਆ ਬਟ ਐਕੂਰੇਟ ਨਹੀਂ ਸ਼ੋਅ ਕਰਦਾ, ਤਾਂ ਉਹਨੂੰ ਕਹੂੰਗਾ ਠੀਕ ਹੈ ਇਹ ਪ੍ਰਸਾਈਜ਼ ਤਾਂ ਹੈਗਾ ਬਟ ਇਹ ਐਕੂਰੇਟ ਨਹੀਂ ਹੈ, ਬਿਕੋਜ਼ ਐਕੂਰੇਟ ਰੀਡਿੰਗ ਨਹੀਂ ਮੈਨੂੰ ਦੇ ਰਿਹਾ। ਨੈਕਸਟ ਹੁਣ ਇੱਥੇ ਦੇਖੋ, ਜਿੱਦਾਂ ਆਹ ਮੇਰੇ ਕੋਲ ਹੁਣ ਕੀ ਆ, ਹੁਣ ਜਿਹੜੇ ਮੇਰੇ ਡਾਟਸ ਨੇ ਉਹ ਐਕਚੁਅਲ ਵੈਲਿਊ ਜਿਹੜੀ ਆ ਜਾਂ ਐਕਚੁਅਲ ਪੁਆਇੰਟ ਦੇ ਸਾਰੇ ਨੇੜੇ ਹੀ ਨੇ, ਠੀਕ ਆ। ਸੈਂਟਰ ਪੁਆਇੰਟ ਦੇ ਸਾਰੇ ਡਾਟ ਜਿਹੜੇ ਆ ਉਹ ਨੇੜੇ ਹੀ ਨੇ, ਠੀਕ ਹੈ। ਇਹਦਾ ਮਤਲਬ ਕੀ ਆ ਕਿ ਇਹ ਜਿਹੜਾ ਮੇਰਾ ਸਿਸਟਮ ਹੋਊਗਾ ਇਹ ਐਕੂਰੇਟ ਆ ਬਟ ਇਹ ਪ੍ਰਸਾਈਜ਼ ਨਹੀਂ। ਪ੍ਰਸਾਈਜ਼ ਕਿਉਂ ਨਹੀਂ, ਬਿਕੋਜ਼ ਡਾਟ ਜਿਹੜੇ ਇੱਕ ਦੂਜੇ ਤੋਂ ਡਿਫਰੈਂਸ ਦੇ ਉੱਪਰ ਆ। ਲਾਸਟ ਫਿਗਰ ਦੇ ਵਿੱਚ ਦੇਖੋ, ਲਾਸਟ ਫਿਗਰ ਡਾਟ ਬਿਲਕੁਲ ਹੀ ਦੂਰ ਦੂਰ ਆ। ਸੋ ਇਹਨੂੰ ਮੈਂ ਕੀ ਕਹੂੰਗਾ ਕਿ ਇਹ ਨਾ ਹੀ ਐਕੂਰੇਟ ਤੇ ਨਾ ਹੀ ਇਹ ਪ੍ਰਸਾਈਜ਼। ਸੋ ਇਹ ਹੁੰਦੀ ਐਕੂਰੇਸੀ ਤੇ ਪ੍ਰੀਸੀਜ਼ਨ। ਨੈਕਸਟ ਮੇਰੇ ਕੋਲ ਆ ਜਾਂਦਾ ਆ ਕਲਾਸੀਫਿਕੇਸ਼ਨ ਆਫ ਇਲੈਕਟ੍ਰੀਕਲ ਇੰਸਟਰੂਮੈਂਟਸ, ਠੀਕ ਆ। ਮਤਲਬ ਕਿ ਇਲੈਕਟ੍ਰੀਕਲ ਇੰਸਟਰੂਮੈਂਟਸ ਨੂੰ ਆਪਾਂ ਕਿੱਦਾਂ ਕਲਾਸੀਫਾਈ ਕਰਦੇ ਹਾਂ। ਸੋ ਇਹਦੇ ਵਿੱਚ ਮੇਰੇ ਕੋਲ ਦੋ ਤਰੀਕਿਆਂ ਦੇ ਵਿੱਚ ਆਪਾਂ ਕਲਾਸੀਫਾਈ ਕਰਦੇ ਹਾਂ ਆਪਾਂ ਇਹਨਾਂ ਨੂੰ। ਫਸਟ ਹੁੰਦਾ ਐਬਸੋਲੂਟ ਇੰਸਟਰੂਮੈਂਟ ਅਤੇ ਸੈਕਿੰਡ ਮੇਰੇ ਕੋਲ ਹੁੰਦਾ ਸੈਕੰਡਰੀ ਇੰਸਟਰੂਮੈਂਟ। ਹੁਣ ਐਬਸੋਲੂਟ ਇੰਸਟਰੂਮੈਂਟ ਕੀ ਹੁੰਦੇ ਆ, ਦੇਖੋ ਇਹਨੂੰ ਪੜ੍ਹਦੇ ਹਾਂ ਆਪਾਂ ਜਦੋਂ, ਕਹਿੰਦਾ ਦਾ ਇੰਸਟਰੂਮੈਂਟ which gives the value of quantity to be measured in terms of constant of the instrument
ਆਰ ਕਾਲਡ ਐਬਸੋਲਿਊਟ ਇੰਸਟਰੂਮੈਂਟਸ। ਮੀਨਸ ਕਿ ਜਿਹੜੇ ਐਬਸੋਲਿਊਟ ਇੰਸਟਰੂਮੈਂਟਸ ਹੋਣਗੇ ਨਾ, ਇਹ ਆਪਾਂ ਨੂੰ ਕੀ ਕਰਨਗੇ, ਇੱਕ ਕੌਂਸਟੈਂਟ ਵੈਲਿਊ ਜਿਹੜੀ ਆ ਆਪਾਂ ਨੂੰ ਦੇਣਗੇ। ਉਹ ਕੌਂਸਟੈਂਟ ਵੈਲਿਊ ਤੋਂ ਫਿਰ ਆਪਾਂ ਅੱਗੇ ਕੀ ਆ, ਆਪਣੀ ਵੈਲਿਊ ਜਿਹੜੀ ਆ ਉਹਨੂੰ ਦੇਖ ਲਵਾਂਗੇ ਕਿੰਨੀ ਵੈਲਿਊ ਆ। ਸੋ ਇੱਕ ਨਾ ਟੈਂਜੈਂਟ ਗਲਵੈਨੋਮੀਟਰ ਹੁੰਦਾ, ਟੈਂਜੈਂਟ ਗਲਵੈਨੋਮੀਟਰ। ਸੋ ਉਹ ਜਿਹੜਾ ਹੁੰਦਾ ਐਬਸੋਲਿਊਟ ਇੰਸਟਰੂਮੈਂਟ ਹੁੰਦਾ, ਉਹਦੇ ਵਿੱਚ ਆਪਾਂ ਕੀ ਕਰਦੇ ਹਾਂ, ਜਦੋਂ ਆਪਾਂ ਰੀਡਿੰਗ ਲੈਂਦੇ ਨਾ, ਉਹ ਆਪਾਂ ਨੂੰ ਕੀ ਕਰਦਾ, ਡਿਫਲੈਕਸ਼ਨ ਐਂਗਲ ਦੇ ਹਿਸਾਬ ਨਾਲ ਨਾ ਆਪਾਂ ਨੂੰ ਥੀਟਾ ਦੇ ਹਿਸਾਬ ਨਾਲ ਵੈਲਿਊ ਦਿੰਦਾ। ਸੋ ਜਿਹੜਾ ਥੀਟਾ ਹੁੰਦਾ ਨਾ, ਉਹਨੂੰ ਆਪਾਂ ਅੱਗੇ ਜਿਹੜੇ ਆ ਟੇਬਲ ਤੋਂ ਕੰਪੇਅਰ ਕਰ ਲੈਂਦੇ ਹਾਂ ਵੀ ਜੇ ਥੀਟਾ ਦੀ ਵੈਲਿਊ ਇੰਨੀ ਹੈ ਤਾਂ ਕਰੰਟ ਮੇਰਾ ਕਿੰਨਾ ਹੋਊਗਾ, ਠੀਕ ਆ। ਸੋ ਉਹ ਜਿਹੜੇ ਇੰਸਟਰੂਮੈਂਟ ਤੇ ਐਬਸੋਲਿਊਟ ਇੰਸਟਰੂਮੈਂਟ ਹੁੰਦੇ ਆ, ਜਿਹੜੇ ਐਬਸੋਲਿਊਟ ਇੰਸਟਰੂਮੈਂਟ ਹੁੰਦੇ ਨੇ, ਇਹਨਾਂ ਦੀ ਵੈਲਿਊ ਜਿਹੜੀ ਹੁੰਦੀ ਆ ਉਹ ਐਕੂਰੇਟ ਹੁੰਦੀ ਆ, ਠੀਕ ਆ। ਇਹਨਾਂ ਦੀ ਵੈਲਿਊ 'ਚ ਜਿਹੜੀ ਆ ਬਹੁਤੀ ਵੇਰੀਏਸ਼ਨ ਨਹੀਂ ਹੁੰਦੀ, ਜਿੰਨੀ ਵੈਲਿਊ ਹੁੰਦੀ ਹੈ ਬਹੁਤ ਐਕੂਰੇਟ ਇੰਸਟਰੂਮੈਂਟਸ ਹੁੰਦੇ ਆ ਇਹ ਐਬਸੋਲਿਊਟ ਇੰਸਟਰੂਮੈਂਟ। ਸੈਕਿੰਡ ਮੇਰੇ ਕੋਲ ਆ ਜਾਂਦਾ ਸੈਕੰਡਰੀ ਇੰਸਟਰੂਮੈਂਟਸ। ਹੁਣ ਸੈਕੰਡਰੀ ਇੰਸਟਰੂਮੈਂਟਸ ਕੀ ਆ, ਕਹਿੰਦਾ ਦਾ ਇੰਸਟਰੂਮੈਂਟ ਵਿਚ ਡਿਟਰਮਾਈਨ ਦਾ ਇਲੈਕਟ੍ਰੀਕਲ ਕੁਆਂਟਿਟੀ ਟੂ ਬੀ ਮੈਜਰਡ ਡਾਇਰੈਕਟਲੀ ਇਨ ਟਰਮ ਆਫ ਡਿਫਲੈਕਸ਼ਨ ਆਰ ਕਾਲਡ ਸੈਕੰਡਰੀ ਇੰਸਟਰੂਮੈਂਟ, ਠੀਕ ਆ। ਉਹ ਇੰਸਟਰੂਮੈਂਟ ਜਿਹਦੇ ਵਿੱਚ ਆਪਾਂ ਇਲੈਕਟ੍ਰੀਕਲ ਕੁਆਂਟਿਟੀ ਨੂੰ ਜਿਹੜਾ ਹੈ ਮੇਅਰ ਕਰਦੇ ਹਾਂ ਇਨ ਟਰਮ ਆਫ ਡਿਫਲੈਕਸ਼ਨ, ਯਾਨੀ ਕਿ ਹੋਊਗੀ ਇਲੈਕਟ੍ਰੀਕਲ ਕੁਆਂਟਿਟੀ ਬਟ ਕਿਸ ਫਾਰਮ ਦੇ ਵਿੱਚ ਆਪਾਂ ਉਹਨੂੰ ਮੇਅਰ ਕਰਾਂਗੇ, ਡਿਫਲੈਕਸ਼ਨ ਦੀ ਫਾਰਮ 'ਚ, ਠੀਕ ਆ। ਜਿੱਦਾਂ ਆਪਣੇ ਕੋਲ ਵੋਲਟਮੀਟਰ ਜਾਂ ਐਮੀਟਰ ਜਿਹੜੇ ਆਪਣੇ ਨਾਰਮਲ ਅੱਜ ਕੱਲ੍ਹ ਚੱਲਦੇ ਆ, ਠੀਕ ਆ, ਜਿਹਦੇ ਉੱਪਰ ਆਪਾਂ ਕੀ ਕਹਿੰਦਾ ਉਹਨੂੰ ਇਲੈਕਟ੍ਰੀਕਲ ਕੁਆਂਟਿਟੀ ਆਪਾਂ ਦਿੰਦੇ ਹਾਂ, ਠੀਕ ਆ। ਬਟ ਇਲੈਕਟ੍ਰੀਕਲ ਕੁਆਂਟਿਟੀ ਜਿਸ ਹਿਸਾਬ ਨਾਲ ਦਿੰਦੇ ਆ, ਯਾਨੀ ਕਿ ਵੋਲਟੇਜ ਮੰਨ ਲਓ 110 ਵੋਲਟ ਦਿੰਦੇ ਆ ਜਾਂ ਆਪਾਂ 220 ਵੋਲਟ ਦਿੰਦੇ ਨੇ, ਉਸ ਹਿਸਾਬ ਨਾਲ ਆਪਾਂ ਨੂੰ ਕੀ ਕਰਨਾ, ਮੀਟਰ ਦੇ ਉੱਪਰ ਡਿਫਲੈਕਟ ਕਰਕੇ ਦੱਸਣਾ ਵੀ ਆਪਣੇ ਕੋਲ ਜਿਹੜੀ ਇਲੈਕਟ੍ਰੀਕਲ ਕੁਆਂਟਿਟੀ ਇਨਪੁੱਟ 'ਤੇ ਆਪਾਂ ਦਿੱਤੀ ਆ ਉਹ ਕਿੰਨੀ ਆ, ਉਹਦੀ ਵੈਲਿਊ ਕੀ ਹੈ, 110 ਆ ਜਾਂ 220 ਆ, ਠੀਕ ਆ। ਇਹ ਹੁੰਦੇ ਸੈਕੰਡਰੀ ਇੰਸਟਰੂਮੈਂਟ। ਸੋ ਮੋਸਟਲੀ ਜਿਹੜਾ ਆਪਣੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੇ ਵਿੱਚ ਸੈਕੰਡਰੀ ਇੰਸਟਰੂਮੈਂਟਸ ਦਾ ਜਿਹੜਾ ਬਹੁਤ ਜ਼ਿਆਦਾ ਯੂਜ਼ ਹੁੰਦਾ, ਠੀਕ ਆ। ਸੋ ਜਿਹੜੇ ਸੈਕੰਡਰੀ ਇੰਸਟਰੂਮੈਂਟਸ ਆ ਇਹਨਾਂ ਦੀਆਂ ਵੀ ਕਾਫੀ ਟਾਈਪਸ ਹੁੰਦੀਆਂ, ਉਹ ਟਾਈਪਸ ਵੀ ਜਿਹੜੀਆਂ ਆਪਾਂ ਸਟੱਡੀ ਕਰਨੀਆਂ। ਸਭ ਤੋਂ ਪਹਿਲੀ ਜਿਹੜੀ ਸੈਕੰਡਰੀ ਇੰਸਟਰੂਮੈਂਟ ਦੀ ਟਾਈਪ ਆ ਜਾਂਦੀ ਆ, ਉਹ ਹੁੰਦੀ ਆ ਇੰਡੀਕੇਟਿੰਗ ਇੰਸਟਰੂਮੈਂਟਸ। ਸੋ ਨਾਮ ਤੋਂ ਹੀ ਪਤਾ ਲੱਗਦਾ ਇੰਡੀਕੇਟਿੰਗ ਦਾ ਮਤਲਬ ਕੀ ਹੈ, ਇੰਡੀਕੇਟ ਕਰਨਾ, ਦਿਖਾਉਣਾ, ਠੀਕ ਹੈ। ਸੋ ਇਹ ਇੰਸਟਰੂਮੈਂਟਸ ਦੇ ਵਿੱਚ ਕੀ ਹੋਊਗਾ, ਦੇਖੋ ਦਾ ਇੰਸਟਰੂਮੈਂਟ ਵਿੱਚ ਇੰਡੀਕੇਟਸ ਦਾ ਮੈਗਨੀਟਿਊਡ ਆਫ ਇਲੈਕਟ੍ਰੀਕਲ ਕੁਆਂਟਿਟੀ ਬੀਇੰਗ ਮੈਜਰਡ ਇੰਸਟੈਂਟੇਨੀਅਸਲੀ ਆਰ ਕਾਲਡ ਇੰਡੀਕੇਟਿੰਗ ਇੰਸਟਰੂਮੈਂਟ। ਯਾਨੀ ਕਿ ਉਹ ਇੰਸਟਰੂਮੈਂਟ ਜਿਹੜੇ ਇਲੈਕਟ੍ਰੀਕਲ ਕੁਆਂਟਿਟੀ ਦਾ ਮੈਗਨੀਟਿਊਡ ਆਪਾਂ ਨੂੰ ਉਸੇ ਟਾਈਮ ਦੱਸ ਦਿੰਦੇ ਆ, ਉਹਨਾਂ ਨੂੰ ਆਪਾਂ ਕਹਿੰਦੇ ਆ ਕਿ ਇਹ ਇੰਡੀਕੇਟਿੰਗ ਇੰਸਟਰੂਮੈਂਟ ਆ। ਨਾ ਰਿਕਾਰਡ ਕਰਕੇ ਰੱਖਦੇ ਆ, ਠੀਕ ਆ, ਨਾ ਹੀ ਸਟੋਰ ਕਰਦੇ ਆ, ਬਟ ਐਟ ਅ ਟਾਈਮ ਉਸੇ ਟਾਈਮ ਆਪਾਂ ਨੂੰ ਵੈਲਿਊ ਦੱਸ ਦਿੰਦੇ ਆ ਵੀ ਕਿੰਨੀ ਹੈਗੀ ਆ ਕਰੰਟਲੀ, ਜੋ ਤੁਹਾਡੀ ਵੈਲਿਊ ਕਿੰਨੀ ਆ, ਉਹ ਹੁੰਦੇ ਇੰਡੀਕੇਟਿੰਗ ਇੰਸਟਰੂਮੈਂਟ। ਸੋ ਵੋਲਟਮੀਟਰ ਤੇ ਐਮੀਟਰ ਜਿਹੜੇ ਇਹਨਾਂ ਦੀ ਐਗਜ਼ਾਮਪਲ ਹੁੰਦੇ ਆ, ਇਹਨਾਂ ਨੇ ਇੰਡੀਕੇਟ ਕਰਦੇ। ਜਿੱਦਾਂ ਮੰਨ ਲਓ ਆਪਣਾ ਕੋਈ ਸਰਕਟ ਆ, ਸਰਕਟ ਦੇ ਵਿੱਚ ਆਪਾਂ ਕੀ ਕੀਤਾ, ਐਮੀਟਰ ਜਾਂ ਵੋਲਟਮੀਟਰ ਲਗਾਉਂਦੇ ਹਾਂ, ਜਦੋਂ ਆਪਾਂ ਸਵਿਚ ਔਨ ਕਰਾਂਗੇ ਉਹਨੇ ਆਪਾਂ ਨੂੰ ਕਰੰਟ ਵੈਲਿਊ ਦੱਸੀ ਜਾਣੀ ਵੀ ਕਿੰਨੀ ਚੱਲਦੀ ਆ। ਜਿੱਦਾਂ ਮੰਨ ਲਓ ਆਪਣੇ ਕੋਲ ਵੋਲਟੇਜ ਜਿਹੜੀ ਆ ਉਹ ਤਾਂ ਸੇਮ ਰਹਿਣੀ ਆ 230, ਇੱਕ ਆਪਾਂ ਘਰ ਦੇ ਵਿੱਚ ਹੀ ਮੰਨ ਲਓ ਆਪਾਂ ਆਪਣੇ ਐਮੀਟਰ ਤੇ ਵੋਲਟਮੀਟਰ ਲਗਾਏ ਆ, ਵੋਲਟੇਜ ਜਿਹੜੀ ਹੁੰਦੀ 230 ਵੋਲਟ ਹੁੰਦੀ ਹੈ। ਸੋ ਵੋਲਟੇਜ ਜਿਹੜੀ ਹੈ 230 ਸ਼ੋ ਕਰੂਗਾ। ਜਿਹੜਾ ਕਰੰਟ ਆ ਉਹ ਕੀ ਹੋਣਾ, ਵੇਰੀ ਕਰੂਗਾ। ਜਿੱਦਾਂ ਤੁਸੀਂ ਫੈਨ ਚਲਾ ਲਿਆ ਜਾਂ ਕੋਈ ਮੋਟਰ ਚਲਾ ਲਈ ਆ, ਤਾਂ ਜਿਹੜਾ ਐਮੀਟਰ ਹੋਊਗਾ ਉਹਦੀ ਰੀਡਿੰਗ ਜਿਹੜੀ ਹੋਊਗੀ ਉਹ ਵੇਰੀ ਕਰੂਗੀ, ਠੀਕ ਆ। ਸੋ ਐਟ ਦੀ ਐਂਡ ਮੇਨ ਜਿਹੜਾ ਕਨਕਲੂਜਨ ਹੈ ਇੰਡੀਕੇਟਿੰਗ ਇੰਸਟਰੂਮੈਂਟ ਦਾ ਇਹੀ ਹੈ ਕਿ ਆਪਾਂ ਨੂੰ ਕਰੰਟ ਵੈਲਿਊ ਦਿੰਦੇ ਆ, ਇੰਸਟੈਂਟੇਨੀਅਸ ਵੈਲਿਊ ਦਿੰਦੇ ਆ, ਜਿੰਨੀ ਮੌਕੇ ਦੇ ਉੱਪਰ ਵੈਲਿਊ ਆ ਉਹ ਆਪਾਂ ਨੂੰ ਇੰਡੀਕੇਟਿੰਗ ਇੰਸਟਰੂਮੈਂਟਸ ਜਿਹੜੇ ਆ ਉਹ ਦੱਸਦੇ ਆ। ਸੋ ਆਹ ਦੇਖੋ, ਇਹ ਹੁੰਦੇ ਆ ਆਪਣੇ ਕੋਲ ਇੱਕ ਫਿਗਰ ਵੀ ਸ਼ੋ ਕੀਤੀ ਹੋਈ ਹੈ ਇੱਥੇ, ਆਹ ਵੋਲਟਮੀਟਰ ਆ ਅਤੇ ਇਹ ਕੀ ਆ, ਇਹ ਵੀ ਵੋਲਟਮੀਟਰ ਹੀ ਆ, ਬਟ ਇਹਦੀ ਰੇਂਜ ਥੋੜ੍ਹੀ ਜ਼ਿਆਦਾ ਆ, ਐਕਸਟੈਂਡਡ ਰੇਂਜ ਦਾ ਆਪਾਂ ਇਹਨੂੰ ਕਹਿ ਸਕਦੇ ਹਾਂ। ਕਿਲੋ ਵੋਲਟਸ ਜਿਹੜੇ ਆ ਇਹ ਮੇਅਰ ਕਰਦਾ, ਕੇਵੀ ਦੇ ਵਿੱਚ ਜਿਹੜਾ ਮੇਅਰ ਕਰਦਾ ਹੈ। ਸੈਕਿੰਡ ਮੇਰੇ ਕੋਲ ਸੈਕੰਡਰੀ ਇੰਸਟਰੂਮੈਂਟ ਦੇ ਵਿੱਚ ਆ ਜਾਂਦੇ ਆ ਇੰਟੈਗਰੇਟਿੰਗ ਇੰਸਟਰੂਮੈਂਟਸ। ਹੁਣ ਇੰਟੈਗਰੇਟਿੰਗ ਇੰਸਟਰੂਮੈਂਟ ਦੇਖੋ, ਤੁਹਾਨੂੰ ਇਮੇਜ ਦੇਖ ਕੇ ਥੋੜ੍ਹਾ ਜਿਹਾ ਪਤਾ ਲੱਗ ਹੀ ਗਿਆ ਹੋਣਾ ਕਿ ਇੰਟੈਗਰੇਟਿੰਗ ਇੰਸਟਰੂਮੈਂਟਸ ਕੀ ਹੁੰਦੇ ਆ। ਸੋ ਦਾ ਇੰਸਟਰੂਮੈਂਟ ਵਿਚ ਐਡਸ ਅਪ ਦਾ ਇਲੈਕਟ੍ਰੀਕਲ ਕੁਆਂਟਿਟੀ, electrical energy and measure the total energy in given period are called integrating instrument। ਯਾਨੀ ਕਿ ਜਿਹੜੇ ਇੰਟੈਗਰੇਟਿੰਗ ਇੰਸਟਰੂਮੈਂਟਸ ਹੁੰਦੇ ਆ, ਇਹ ਕੀ ਕਰਦੇ ਆ, ਜਿਹੜੀ ਤੁਹਾਡੀ ਵੈਲਿਊ ਹੁੰਦੀ ਨਾ ਉਹਨੂੰ ਐਡਅਪ ਕਰਦੇ ਰਹਿੰਦੇ ਆ, ਐਡਅਪ ਕਰਕੇ ਤੇ ਆਪਾਂ ਨੂੰ ਟੋਟਲ ਵੈਲਿਊ ਦੱਸਦੇ ਆ ਵੀ ਟੋਟਲ ਵੈਲਿਊ ਕਿੰਨੀ ਹੈਗੀ ਆ। ਫੋਰ ਐਗਜ਼ਾਮਪਲ ਆਪਣੇ ਕੋਲ ਥੱਲੇ ਦੇਖੋ ਮੀਟਰ ਸ਼ੋ ਕੀਤੇ ਆ, ਜਿਹਨਾਂ ਨੂੰ ਆਪਾਂ ਕਿਲੋ ਵਾਟ ਆਰ ਮੀਟਰ ਵੀ ਕਹਿ ਦਿੰਦੇ ਆ, ਜਾਂ ਫਿਰ ਐਨਰਜੀ ਮੀਟਰ ਵੀ ਕਹਿ ਦਿੰਦੇ ਆ ਆਪਾਂ ਇਹਨਾਂ ਨੂੰ। ਆਪਣੇ ਸਾਰਿਆਂ ਦੇ ਘਰਾਂ ਦੇ ਵਿੱਚ ਲੱਗੇ ਹੁੰਦੇ, ਪਹਿਲਾਂ ਜਿਹੜੇ ਸੀਗੇ ਦੂਸਰੇ ਸੀਗੇ ਗਰਾਰੀ ਵਾਲੇ ਸੀਗੇ, ਠੀਕ ਆ। ਫਿਰ ਆਪਣੇ ਕੋਲ ਆ ਗਏ ਡਿਜੀਟਲ, ਸੈਮੀ ਡਿਜੀਟਲ ਆ ਗਏ, ਫਿਰ ਹੁਣ ਜਿਹੜੇ ਚੱਲਦੇ ਆ ਫੁੱਲੀ ਡਿਜੀਟਲ ਚੱਲਦੇ ਪਏ ਆ, ਠੀਕ ਆ। ਸੋ ਇਹ ਜਿਹੜੇ ਇੰਸਟਰੂਮੈਂਟ ਆ, ਇਹ ਇੰਟੈਗਰੇਟਿੰਗ ਇੰਸਟਰੂਮੈਂਟਸ ਆ। ਇਹਨਾਂ ਦੇ ਵਿੱਚ ਕੀ ਹੁੰਦਾ, ਆਪਣੀ ਡੇ ਬਾਈ ਡੇ ਜਿਹੜਾ ਆ ਇਹ ਤੁਹਾਡਾ ਰਿਕਾਰਡ ਕਰਦਾ ਰਹਿੰਦਾ ਇੰਸਟਰੂਮੈਂਟ। ਆ ਜਿਹੜੀ ਨੋਬ ਹੁੰਦੀ ਆ ਰਾਊਂਡ, ਪੁਰਾਣੇ ਮੀਟਰ ਹੁੰਦੇ ਸੀ ਇਹਨਾਂ ਦੇ ਵਿੱਚ ਰੋਟੇਟ ਕਰਦੀ ਰਹਿੰਦੀ ਸੀ ਨੋਬ, ਅਤੇ ਇਹ ਕੀ ਆ, ਜਿੰਨੀ ਵੀ ਆਪਣੀ ਰੀਡਿੰਗ ਆ ਡੇਲੀ ਬੇਸਿਸ 'ਤੇ, ਜਿੰਨੀਆਂ ਵੀ 10 ਯੂਨਿਟਸ ਜਾਂ 12 ਯੂਨਿਟਸ ਚੱਲੀਆਂ ਡੇਲੀ ਇਹਨੇ ਰਿਕਾਰਡ ਕਰੀ ਜਾਣੀਆਂ।
ਸੋ ਐਟ ਦੀ ਐਂਡ ਕੀ ਹੁੰਦਾ ਸੀ, 2 ਮਹੀਨੇ ਬਾਅਦ ਜਦੋਂ ਵੀ ਮੀਟਰ ਰੀਡਰ ਰੀਡਿੰਗ ਲੈਣ ਆਉਂਦਾ ਤਾਂ ਉਹ ਇੱਥੋਂ ਕੀ ਆ ਦੇਖ ਲੈਂਦਾ ਵੀ 2 ਮੰਥ ਦੇ ਵਿੱਚ ਕਿੰਨੀ ਕੰਜ਼ੰਪਸ਼ਨ ਹੋਈ। ਫਿਰ ਅਗਲੇ 2 ਮੰਥ ਦੀ ਫਿਰ ਇਹਦੇ ਵਿੱਚ ਤੁਹਾਡੇ ਕੋਲ ਰੀਡਿੰਗ ਜਿਹੜੀ ਆ ਸਟੋਰ ਹੋਈ ਜਾਣੀ ਆ, ਠੀਕ ਆ। ਅਤੇ ਉਹ ਜਿਹੜੀ ਰੀਡਿੰਗ ਆਪਾਂ ਨੂੰ ਅੱਗੇ ਸ਼ੋ ਹੋਈ ਜਾਣੀ ਆ ਵੀ ਟੋਟਲ ਕਿੰਨੀਆਂ ਯੂਨਿਟਸ ਆਪਣੀਆਂ ਕੰਜ਼ਿਊਮ ਹੋ ਗਈਆਂ ਟਿਲ ਡੇਟ। ਇਹਦੇ ਵਿੱਚ ਆਪਾਂ ਇਹਦੇ ਵਿੱਚ ਇਹ ਵੀ ਹੈ ਵੀ ਇਹਦੇ ਵਿੱਚ ਪੁਰਾਣਾ ਨਹੀਂ ਆਪਾਂ ਰਿਕਾਰਡ ਦੇਖ ਸਕਦੇ। ਜਿੱਦਾਂ ਮੰਨ ਲਓ ਫੈਬਰਰੀ ਮਹੀਨਾ ਚੱਲਦਾ, ਤੁਸੀਂ ਦੇਖ ਲਓ ਵੀ ਜਨਵਰੀ ਮਹੀਨੇ 'ਚ ਮੇਰੀਆਂ ਕਿੰਨੀਆਂ ਰੀਡਿੰਗਸ ਚੱਲੀਆਂ ਸੀ, ਉਹ ਤੁਸੀਂ ਇਸ ਮੀਟਰ 'ਚੋਂ ਨਹੀਂ ਦੇਖ ਸਕਦੇ ਕਿਉਂਕਿ ਰਿਕਾਰਡ ਨਹੀਂ ਕਰਕੇ ਰੱਖਦਾ। ਪੁਰਾਣਾ ਰਿਕਾਰਡ ਜਿਹੜਾ ਡੇ ਬਾਏ ਡੇ ਨਹੀਂ ਰੱਖਦਾ, ਠੀਕ ਆ। ਇਹ ਕੀ ਕਰਦਾ, ਇਹਨੇ ਸਮ ਕਰਨਾ ਹੁੰਦਾ ਹਰ ਕੁਆਂਟਿਟੀ ਦਾ। ਇਹਨੇ ਕੀ ਕਰਨਾ ਹੁੰਦਾ, ਸਮ ਕਰ ਦੇਣਾ ਹੁੰਦਾ, ਯਾਨੀ ਕਿ ਟੋਟਲ ਹੀ ਆਪਾਂ ਨੂੰ ਇਹਨੇ ਸ਼ੋਅ ਕਰਨਾ ਵੀ ਮੰਨ ਲਓ ਇਹ ਮੀਟਰ ਲੱਗੇ ਨੂੰ 6 ਮਹੀਨੇ ਹੋਏ ਆ ਤਾਂ ਇਹਨੇ ਆਪਾਂ ਨੂੰ 6 ਮਹੀਨੇ ਦੀ ਹੀ ਰੀਡਿੰਗ ਦੱਸਣੀ ਹੈ। ਇਹਨੇ ਆਪਾਂ ਨੂੰ ਇਹ ਨਹੀਂ ਦੱਸ ਦੇਣਾ ਕਿ ਜਨਵਰੀ ਦੀ ਰੀਡਿੰਗ ਕੀ ਸੀ ਜਾਂ ਫੈਬਰਰੀ ਦੀ ਰੀਡਿੰਗ ਕੀ ਸੀ, ਇਹ ਨਹੀਂ ਦੱਸਣਾ। ਇਹਨੇ ਆਪਾਂ ਨੂੰ ਟੋਟਲ ਰੀਡਿੰਗ ਦੱਸਣੀ, ਇਹਨੇ ਸਮ ਦੱਸਣਾ ਆਪਾਂ ਨੂੰ। ਸੋ ਇਹ ਹੁੰਦੇ ਆ ਇੰਟੈਗਰੇਟਿੰਗ ਇੰਸਟਰੂਮੈਂਟਸ, ਜਿਹੜੇ ਕੀ ਕਰਦੇ ਆ ਐਡ ਅਪ ਕਰ ਦਿੰਦੇ ਇਲੈਕਟ੍ਰੀਕਲ ਕੁਆਂਟਿਟੀ ਨੂੰ ਜਾਂ ਇਲੈਕਟ੍ਰੀਕਲ ਐਨਰਜੀ ਨੂੰ, ਜਿਹੜੀ ਵੀ ਆਪਾਂ ਮੇਅਰ ਕਰਨੀ ਹੁੰਦੀ ਇਨ ਗਿਵਨ ਪੀਰੀਅਡ, ਇੱਕ ਪਰਟੀਕੂਲਰ ਟਾਈਮ ਦੇ ਵਿੱਚ। ਨੈਕਸਟ ਇੰਸਟਰੂਮੈਂਟ ਮੇਰੇ ਕੋਲ ਆ ਜਾਂਦੇ ਆ ਰਿਕਾਰਡਿੰਗ ਇੰਸਟਰੂਮੈਂਟ। ਹੁਣ ਜਿੱਦਾਂ ਤੁਹਾਨੂੰ ਦੱਸਿਆ ਸੀ ਵੀ ਇੰਟੈਗਰੇਟਿੰਗ ਇੰਸਟਰੂਮੈਂਟ ਕੀ ਹੈ, ਗਿਵਨ ਟਾਈਮ ਆਫ ਪੀਰੀਅਡ ਦੇ ਕੀ ਆ ਆਪਾਂ ਨੂੰ ਦੱਸ ਦਿੰਦੇ ਆ ਵੀ ਇੰਨੀ ਆਪਣੇ ਕੋਲ ਜਿਹੜੀ ਸੀ ਕੁਆਂਟਿਟੀ ਟੋਟਲ ਤੁਹਾਡੀ ਹੁਣ ਤੱਕ ਚੱਲ ਚੁੱਕੀ ਆ। ਜਿੱਦਾਂ ਆਪਣੇ ਮੰਨ ਲਓ ਹੁਣ 6 ਮਹੀਨੇ ਤੁਹਾਡੇ ਘਰੇ ਮੀਟਰ ਲੱਗੇ ਨੂੰ ਹੋਇਆ ਤਾਂ ਉਹਨੇ 6 ਮਹੀਨੇ ਦਾ ਦੱਸ ਦੇਣਾ ਵੀ 6 ਮਹੀਨੇ 'ਚ ਜਿਹੜੀਆਂ ਤੁਹਾਡੀਆਂ 1000 ਯੂਨਿਟਸ ਚੱਲ ਚੁੱਕੀਆਂ। ਬਟ ਹੁਣ ਜਿਹੜੇ ਰਿਕਾਰਡਿੰਗ ਇੰਸਟਰੂਮੈਂਟ ਆ ਇਹਨਾਂ ਦੇ ਵਿੱਚ ਕੀ ਹੁੰਦਾ, ਇਹ ਵੀ ਰਿਕਾਰਡ ਕਰਦੇ ਆ, ਇਹ ਵੀ ਆਪਾਂ ਨੂੰ ਵੈਲਿਊ ਜਿਹੜੀ ਆ ਦੱਸ ਦਿੰਦੇ, ਬਟ ਇਹ ਪੁਰਾਣੀ ਵੈਲਿਊ ਨੂੰ ਵੀ ਕਰਦੇ ਆ ਸਟੋਰ ਕਰਕੇ ਰੱਖਦੇ ਆ। ਪੁਰਾਣੀ ਵੈਲਿਊ ਮੀਨਸ ਕਿ ਟਾਈਮ ਪੀਰੀਅਡ ਦੀ ਵੈਲਿਊ ਨੂੰ ਵੀ ਜਿਹੜਾ ਹੁੰਦਾ ਹੈ ਸਟੋਰ ਕਰਕੇ ਰੱਖਦੇ ਆ। ਕੰਟੀਨਿਊਸ ਵੇਰੀਏਸ਼ਨ ਜਿਹੜੀ ਹੋ ਰਹੀ ਆ ਇਹ ਉਹਨੂੰ ਸਟੋਰ ਕਰਕੇ ਰੱਖਦੇ ਆ। ਸੋ ਕੀ ਹੁੰਦਾ, ਦ ਇੰਸਟਰੂਮੈਂਟ ਵਿਚ ਗਿਵਸ ਅ ਕੰਟੀਨਿਊਸ ਰਿਕਾਰਡ ਆਫ ਦ ਵੇਰੀਏਸ਼ਨ ਆਫ ਇਲੈਕਟ੍ਰੀਕਲ ਕੁਆਂਟਿਟੀ ਬੀਇੰਗ ਮੈਜਰਡ ਆਰ ਕਾਲਡ ਰਿਕਾਰਡਿੰਗ ਇੰਸਟਰੂਮੈਂਟ। ਠੀਕ ਹੈ, ਕਿਹੜੇ ਇੰਸਟਰੂਮੈਂਟ ਜਿਹੜੇ ਕਿ ਕੰਟੀਨਿਊਸਲੀ ਰਿਕਾਰਡ ਰੱਖਦੇ ਆ ਵੇਰੀਏਸ਼ਨ ਦਾ। ਜਿਹੜੇ ਇੰਟੈਗਰੇਟਿੰਗ ਇੰਸਟਰੂਮੈਂਟ ਸੀ ਇਹ ਰਿਕਾਰਡ ਵੇਰੀਏਸ਼ਨ ਦਾ ਰਿਕਾਰਡ ਨਹੀਂ ਸੀ ਰੱਖਦੇ, ਟੋਟਲ ਕੁਆਂਟਿਟੀ ਦਾ ਰਿਕਾਰਡ ਰੱਖਦੇ ਸੀ ਨਾ ਗਿਵਨ ਟਾਈਮ ਆਫ ਪੀਰੀਅਡ। ਠੀਕ ਆ, ਟੋਟਲ ਐਨਰਜੀ ਇਨ ਅ ਗਿਵਨ ਟਾਈਮ ਆਫ ਪੀਰੀਅਡ। ਬਟ ਜਿਹੜੇ ਰਿਕਾਰਡਿੰਗ ਇੰਸਟਰੂਮੈਂਟ ਆ ਇਹ ਕੀ ਕਰਦੇ ਆ, ਕੰਟੀਨਿਊਸ ਰਿਕਾਰਡ ਰੱਖਦੇ ਆ ਵੇਰੀਏਸ਼ਨ ਆਫ ਇਲੈਕਟ੍ਰੀਕਲ ਕੁਆਂਟਿਟੀ, ਯਾਨੀ ਕਿ ਕਿੰਨੀ ਕੁਆਂਟਿਟੀ ਜਿਹੜੀ ਆ ਤੁਹਾਡੀ ਵੇਰੀ ਹੋਈ। ਇਹਨੂੰ ਬੀਇੰਗ ਮੇਜਰਡ ਆ ਦਾ ਰਿਕਾਰਡਿੰਗ ਇੰਸਟਰੂਮੈਂਟ। ਹੁਣ ਸਿਸਮੋਗ੍ਰਾਫ ਤੇ ECG ਜਿਹੜੇ ਹੁੰਦੇ ਆ ਇਹਦੇ ਐਗਜ਼ਾਮਪਲਸ ਹੁੰਦੇ ਆ। ਠੀਕ ਹੈ, ਦੇਸ ਇੰਸਟਰੂਮੈਂਟ ਮੋਰ ਔਰ ਲੈਸ ਇੰਡੀਕੇਟਿੰਗ ਇੰਸਟਰੂਮੈਂਟ ਦੀ ਤਰ੍ਹਾਂ ਹੀ ਹੁੰਦੇ ਆ, ਜਿਹਦੇ ਵਿੱਚ ਆਪਾਂ ਨੂੰ ਕੀ ਆ ਡਿਫਲੈਕਸ਼ਨ ਦੇ ਫਾਰਮ ਦੇ ਵਿੱਚ ਆਪਾਂ ਨੂੰ ਕੀ ਆ ਰੀਡਿੰਗ ਜਿਹੜੀ ਹੈ ਸ਼ੋਅ ਹੁੰਦੀ ਰਹਿੰਦੀ ਹੈ, ਕਰੰਟ ਵਾਲੀ ਰੀਡਿੰਗ। ਬਟ ਪੁਰਾਣੀ ਰੀਡਿੰਗ ਨਾਲ ਦੀ ਨਾਲ ਕੀ ਆ ਇਹ ਸਟੋਰ ਵੀ ਕਰਦਾ ਰਹਿੰਦਾ। ਬਾਕੀ ਇਹਦੇ ਵਿੱਚ ਕੀ ਹੁੰਦਾ, ਇੱਕ ਮੂਵਿੰਗ ਸਿਸਟਮ ਹੁੰਦਾ ਜਿਹਦੇ ਵਿੱਚ ਇੱਕ ਇੰਕ ਪੈਨ ਲੱਗਾ ਹੁੰਦਾ, ਥੱਲੇ ਡਰਮ ਜਿਹੜਾ ਹੁੰਦਾ ਉਹ ਮੂਵ ਕਰਦਾ ਰਹਿੰਦਾ ਅਤੇ ਉਹਦੇ ਉੱਪਰ ਆਪਾਂ ਨੂੰ ਕੀ ਆ ਜਿਹੜੀਆਂ ਰੀਡਿੰਗਸ ਜਿਹੜੀਆਂ ਹੁੰਦੀਆਂ ਆਉਂਦੀਆਂ ਨੇ। ਜਿੱਦਾਂ ਹਾਰਟ ਦਾ ਜਿਹਨੇ ਚੈੱਕਅਪ ਕਰਵਾਉਣਾ ਹੋਵੇ ਉੱਥੇ ECG ਕਰਦੇ ਹੁੰਦੇ, ਉਹ ਤੁਸੀਂ ਦੇਖਿਆ ਹੋਣਾ ਇੱਦਾਂ ਨਾ। ਇਹ ਤਾਂ ਸਿਸਮੋਗ੍ਰਾਫ ਆ, ਬਟ ਜਿਹੜੀ ECG ਹੁੰਦੀ ਉਹਦੇ ਵਿੱਚ ਉੱਪਰ ਵੀ ਕੀ ਹੁੰਦਾ, ਕੰਟੀਨਿਊਸਲੀ ਜਿਹੜੀ ਤੁਹਾਡੀ ਹਾਰਟ ਬੀਟ ਵੇਰੀ ਕਰਦੀ ਆ ਉਹਦਾ ਰਿਕਾਰਡ ਜਿਹੜਾ ਹੁੰਦਾ ਉਹਦੇ ਉੱਪਰ ਸਾਰਾ ਆ ਜਾਂਦਾ। ਇੱਦਾਂ ਹੀ ਸਿਸਮੋਗ੍ਰਾਫ ਹੁੰਦਾ, ਸਿਸਮੋਗ੍ਰਾਫ ਦੇ ਨਾਲ ਆਪਾਂ ਅਰਥਕੁਇਕ ਜਿਹੜਾ ਹੁੰਦਾ ਨਾ ਉਹਨੂੰ ਡਿਟੈਕਟ ਕਰਦੇ ਆ। ਸੋ ਜਦੋਂ ਵੀ ਅਰਥਕੁਇਕ ਆਉਂਦਾ ਤਾਂ ਜਿਹੜਾ ਵੈਲਿਊ ਹੁੰਦੀ ਹੈ ਨਾ ਇੱਕਦਮ ਬਹੁਤ ਜ਼ਿਆਦਾ ਵੇਰੀ ਕਰ ਜਾਂਦੀ ਹੈ ਇੱਥੇ। ਸੋ ਇਹ ਵੀ ਕੀ ਕਰਦਾ, ਸਿਸਮੋਗ੍ਰਾਫ ਵੀ ਕੀ ਕਰਦਾ, ਇੱਕ ਰਿਕਾਰਡਿੰਗ ਇੰਸਟਰੂਮੈਂਟ ਹੁੰਦਾ ਜਿਹੜੀ ਪੁਰਾਣੀ ਵੇਰੀਏਸ਼ਨ ਜਿਹੜੀ ਹੋਈ ਹੈ ਤੁਹਾਡੀ ਸਿਸਟਮ ਦੇ ਵਿੱਚ ਉਹਨੂੰ ਕੀ ਕਰਦਾ, ਰਿਕਾਰਡ ਕਰਕੇ ਰੱਖਦਾ। ਸੋ ਇਹ 3 ਤਰ੍ਹਾਂ ਦੇ ਆਪਣੇ ਕੋਲ ਸੀਗੇ ਸੈਕੰਡਰੀ ਇੰਸਟਰੂਮੈਂਟਸ ਦੀਆਂ ਟਾਈਪਸ 3 ਸੀਗੀਆਂ, ਇੰਡੀਕੇਟਿੰਗ, ਇੰਟੈਗਰੇਟਿੰਗ ਐਂਡ ਰਿਕਾਰਡਿੰਗ ਇੰਸਟਰੂਮੈਂਟਸ। ਸੋ ਟਾਈਪਸ ਆਫ ਇੰਸਟਰੂਮੈਂਟ ਤੱਕ ਕੀ ਕਰਦੇ ਹਾਂ ਆਪਾਂ ਅੱਜ, ਟਾਈਪਸ ਆਫ ਸੈਕੰਡਰੀ ਇੰਸਟਰੂਮੈਂਟ ਤੱਕ। ਸੋ ਇਹਦੇ ਤੁਸੀਂ ਨਾ ਆਪਣੇ ਨੋਟਸ ਵਗੈਰਾ ਪ੍ਰੋਪਰਲੀ ਤਿਆਰ ਕਰਦੇ ਰਹੀਓ ਤਾਂ ਕਿ ਐਗਜ਼ਾਮਸ ਦੇ ਨੇੜੇ ਜਾ ਕੇ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ। ਅਤੇ ਇਹਦੀ ਸਲਾਈਡ ਸ਼ੋ ਵੀ ਵੈਸੇ ਮੈਂ ਤੁਹਾਨੂੰ ਕੋਈ ਗੱਲ ਨਹੀਂ ਸੈਂਡ ਕਰ ਦੂੰਗਾ, ਮੇਲ ਕਰ ਦੂੰਗਾ, ਕੋਈ ਇਸ਼ੂ ਨਹੀਂ ਹੈ। ਠੀਕ ਹੈ, ਬਟ ਤੁਸੀਂ ਆਪਣੇ ਖੁਦ ਆਪਣੀ ਲੈਂਗੁਏਜ ਦੇ ਵਿੱਚ ਵੀ ਨੋਟਸ ਬਣਾਓ ਤਾਂ ਕਿ ਅੱਗੇ ਜਾ ਕੇ ਤੁਹਾਨੂੰ ਕੋਈ ਨਾ ਪ੍ਰੋਬਲਮ ਨਹੀਂ ਆਵੇ। ਠੀਕ ਹੈ, ਥੈਂਕ ਯੂ।